ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। आओ गुरु प्यारी साध संगत जीओ, संगत रूप जुड़ के सतगुरां दी बाणी दी विचार करिए। सतगुरां दे उपदेश नूं समझिए, मन्निए, कमाउण दी कोशिश करिए। ਆਪਾਂ ਵਿਚਾਰ ਰਹੇ ਹਾਂ ਆਸਾ ਰਾਗ ਦੇ ਵਿੱਚ ਮਹੱਲੇ ਤੀਜੇ ਦੀ ਬਾਣੀ। ਕੱਲ ਆਪਾਂ ਵਿਚਾਰ ਰਹੇ ਸੀ ਕਿ ਗੁਰ ਸਾਗਰ ਹੈ, ਭੰਡਾਰ ਹੈ ਪੂਰਾ। ਗੁਰ ਸਾਗਰ ਪੂਰਾ ਭੰਡਾਰ, उत्तम रतन जवाहर अपार। उत्तम रतन है गुर का जरा शब्द है, ये रतन है। गुर का शब्द रतन है, हीरे जित जड़ाऊ। जवाहर है, अपार है, इसका कोई अंत नहीं है। गुर का गुर प्रसादी देवनहार। इस करके प्रभु जे किसी नूं कुछ बख्शिश करता है गुर दे किरपा द्वारा ही देंदा है। पहला गुर देंदा है, फिर गुर कमाउण दे नाल प्रभु भंडार बख्शिश करता है। नानक बख्शे बख्शनहार, क्योंकि बख्शनहार प्रभु है। जिन्हां ते दया करता है उन्हां नूं फिर भंडार बख्शिश करता है। इत्थे तक आपां विचार कीती सी कल। आओ अगला शब्द की विचार करते हाँ। आसा राग दे विच महले तीजे दा शब्द है। आसा महला तीजा। रहो पंक्तियां ने ज्ञान रतन सब सोझी होए। ज्ञान रतन है, गुर दा शब्द है जड़ा रतन है, जिहदे नाल फिर सानू सारी सोझी हो जाती है। सारा ज्ञान हुंदा है जदों गुर शब्द नूं असीं हिरदे विच वसा लैंदे हाँ। गुर प्रसाद अन दिन अज्ञान विनाश है। गुर की किरपा नाल अज्ञानता का नाश हो जाता है। अन दिन जागा बेखै सच सोए। अन दिन मन जागदा है, अज्ञानता दूर हो जाती है, तो फिर सच नूं देखदा है, सच नूं जानदा है। जिधर देखदा है सच ही सच है। सच प्रकाश, प्रकाश सच है। जिहड़ा दृष्टमान है ये झूठ है। यूनिवर्स में आते हैं दृष्टमान है सगल मिथेना, ये झूठ है। लेकिन प्रकाश सच है, निरंकार प्रकाश रूप है। फिर सारे पासे सानू प्रकाश नज़र आता है। ये रहो पंक्तियां ने। आओ हुण शब्द शुरू करते हाँ। गुर सायर सतगुर सच सोए। गुर ही खजाना है। गुर ही सानू प्रभु दे नाल मिलाउंदा है। पर जदों आप परमेश्वर सतगुर आप अपने जनां दी रसना तो ये गुर देंदा है, क्योंकि वो सच्चा गुर है। जदों सच सिमा जाते हाँ जी, जिवें आपां इत्थे पहलां विचार के रहो पंक्तियां दे विच कि गुर की किरपा नाल जिन्हां दा अज्ञान खत्म हो गया है, ते जे अंदर मन जागदा है, सच नूं वेखदा है, उन्हां दी रसना ते बैठ के प्रभु फिर गुर दा ज्ञान बख्शिश करता है। गुर सायर सतगुर सच सोए। सतगुर सच है, वो सानू गुर दा ज्ञान बख्शिश करता है। पूरे भाग गुर सेवा होए। पर किन्हां द्वारा देंदा है? पूरे भाग हुण फिर गुर की सेवा हुंदी है। जब तक भाग नहीं गुर की सेवा नहीं कर सकता।
ਸੋ ਬੂਝੈ ਜਿਸ ਆਪ ਬੁਝਾਏ। ਜਿਸ ਦੇ ਭਾਗ ਨੇ ਉਹਨਾਂ ਨੂੰ ਆਪ ਬੁਝਾ ਦਿੰਦਾ, ਉਹੀ ਬੁਝਦਾ ਹੈ। ਗੁਰ ਪ੍ਰਸਾਦੀ ਸੇਵ ਕਰਾਏ। ਜਿਸ ਨੂੰ ਆਪ ਬੁਝਾਉਂਦਾ ਉਹ ਬੁਝਦਾ ਹੈ। ਉਸ ਦੁਆਰਾ ਫਿਰ ਗੁਰ ਦੀ ਸੇਵਾ ਕਰਵਾਉਂਦਾ ਹੈ, ਗੁਰ ਦਾ ਗਿਆਨ ਦਿੰਦਾ ਹੈ ਆਪ ਪ੍ਰਭੂ। ਲੇਕਿਨ ਜਿਨ੍ਹਾਂ 'ਤੇ ਖੁਸ਼ ਹੁੰਦਾ ਹੈ ਫਿਰ ਉਸ ਨੂੰ ਸੋਝੀ ਹੁੰਦੀ ਹੈ ਸਾਰੀ। ਆਪ ਸੱਚਾ ਗੁਰ ਮਾਲਕ ਦਸਨਾ 'ਤੇ ਬੈਠ ਕੇ ਦਿੰਦਾ ਹੈ। ਆਪ ਆਪਣਾ ਖਜ਼ਾਨਾ ਬਖਸ਼ਿਸ਼ ਕਰਦਾ ਹੈ। ਮੋਹ ਗੁਮਾਨ ਗੁਰ ਸ਼ਬਦ ਚਲਾਏ। ਮੋਹ ਹੈ, ਹੰਕਾਰ ਹੈ। ਗੁਰ ਸ਼ਬਦ, ਗੁਰ ਦਾ ਗਿਆਨ ਸਾਡਾ ਇਹ ਖਤਮ ਕਰ ਦਿੰਦਾ ਹੈ, ਮੋਹ ਵੀ ਅਤੇ ਹੰਕਾਰ ਵੀ। ਪੂਰੇ ਗੁਰ 'ਤੇ ਸੋਝੀ ਪਾਏ। ਜਦੋਂ ਪੂਰੇ ਗੁਰ 'ਤੇ ਸਾਨੂੰ ਸੋਝੀ ਹੋ ਜਾਂਦੀ, ਪੂਰਾ ਗੁਰ ਮਿਲ ਜਾਂਦਾ ਹੈ, ਗੁਰ ਨੂੰ ਅਸੀਂ ਸੇਵਦੇ ਹਾਂ, ਫਿਰ ਸਾਡੇ ਅੰਦਰੋਂ ਮੋਹ ਗੁਮਾਨ ਖਤਮ ਹੋ ਜਾਂਦਾ ਹੈ। ਪੂਰੇ ਗੁਰ 'ਤੇ ਸਾਨੂੰ ਸਾਰੀ ਸੋਝੀ ਹੁੰਦੀ ਹੈ। ਅੰਤਰ ਮਹਿਲ ਗੁਰ ਸ਼ਬਦ ਪਛਾਣੈ। ਗੁਰ ਦੇ ਸ਼ਬਦ ਦੁਆਰਾ ਅੰਦਰ ਜਿਹੜਾ ਮਹਿਲ ਹੈ, ਸੱਚਾ ਮਹਿਲ, ਨਿਜ ਮਹਿਲ, 10ਵੇਂ ਦੁਆਰ, 9 ਦਰਾਂ ਦੇ ਵਿੱਚ ਨਹੀਂ, ਸਾਹਮਣੇ ਹੀ ਜਦੋਂ ਅੰਤਰਗਤ ਜਾਂਦੇ ਹਾਂ ਫਿਰ ਉਸ ਨਿਜ ਮਹਿਲ ਦੀ ਪਹਿਚਾਣ ਹੁੰਦੀ ਹੈ। ਆਵਣ ਜਾਣ ਰਹੇ ਥਿਰ ਨਾਮ ਸਮਾਣੇ। ਸੱਚੇ ਮਹਿਲ 'ਚ ਜਾ ਕੇ ਮਨ ਨਾਮ ਦੇ ਵਿੱਚ ਸਮਾਉਂਦਾ ਹੈ। ਸੱਚਾ ਨਾਮ ਹੈ ਉੱਥੇ, ਉਸ ਦੇ ਵਿੱਚ ਸਮਾਉਣ ਦੇ ਨਾਲ ਆਵਣ ਜਾਵਣ ਖਤਮ ਹੋ ਜਾਂਦਾ ਹੈ। ਜੰਮਣ ਮਰਨਾ ਹੈ ਸੰਸਾਰ। ਸੰਸਾਰ ਤੱਕ ਜਦ ਤੱਕ ਸਾਡਾ ਮਨ ਹੈ, ਸੰਸਾਰ ਨੂੰ ਦੇਖਦਾ ਹੈ, ਸੰਸਾਰ ਨਾਲ ਜੁੜਿਆ ਹੈ, ਉਨੀ ਦੇਰ ਜੰਮਣ ਮਰਨ ਦੇ ਵਿੱਚ ਹੈ। ਮਨਮੁਖ ਅਚੇਤ ਮਾਇਆ ਮੋਗਵਾਰ। ਜਿਹੜੇ ਮਨਮੁਖ ਨੇ, ਜਿਨ੍ਹਾਂ ਪ੍ਰਭੂ ਨੂੰ ਨਹੀਂ ਚੇਤਿਆ, ਪ੍ਰਭੂ ਵੱਲੋਂ ਅਚੇਤ ਨੇ, ਸੰਸਾਰ ਤੱਕ ਸੀਮਤ ਨੇ, ਸੰਸਾਰ ਨਾਲ ਜੁੜੇ ਨੇ, ਐਸੇ ਫਿਰ ਮਾਇਆ ਦੇ ਵਿੱਚ, ਮੋਹ ਦੇ ਵਿੱਚ, ਅਗਿਆਨਤਾ ਦੇ ਵਿੱਚ ਫਸਿਆ ਜੀਵ ਹੈ ਜਿਹੜਾ ਇਹ ਜੰਮਣ ਮਰਨ ਵਿੱਚ ਪਿਆ ਰਹਿੰਦਾ ਹੈ। ਪਰ ਨਿੰਦਾ ਬਹੁ ਕੂੜ ਕਮਾਵੇ। ਐਸੇ ਜੀਵ ਨਾਮ ਦੀ ਤਾਂ ਗੱਲ ਨਹੀਂ ਕਰ ਸਕਦੇ, ਪ੍ਰਭੂ ਦੀ ਗੱਲ ਨਹੀਂ ਕਰ ਸਕਦੇ, ਗੁਰ ਸ਼ਬਦ ਦੀ ਤਾਂ ਗੱਲ ਨਹੀਂ ਕਰ ਸਕਦੇ, ਪਰ ਕੂੜ ਬੋਲਦੇ ਨੇ, ਕੂੜ ਕਮਾਉਂਦੇ ਨੇ, ਨਿੰਦਾ ਕਰਦੇ ਨੇ। ਸੰਸਾਰ ਦੇ ਵਿੱਚ ਆਪਾਂ ਵੀ ਕੀ ਹੈ ਕਿ ਕਿਸ ਦੂਜੇ ਦੀ ਨਿੰਦਾ ਕਰਦਾ ਹੈ ਸੰਸਾਰ। ਇਹ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਵੀ, ਮਹਾਰਾਜ ਦੇ ਪ੍ਰਕਾਸ਼ ਹੋਣ ਦੇ ਬਾਵਜੂਦ ਵੀ ਜੋ ਗੁਰੂ ਸਾਹਿਬ ਕਹਿੰਦੇ ਉਸ ਤੋਂ ਉਲਟ ਨਿੰਦਾ ਕਰਦਾ ਹੈ, ਵੈਰ ਵਿਰੋਧ ਦੀਆਂ ਬਾਤਾਂ ਕਰਦਾ ਹੈ, ਕੂੜ ਹੈ। ਬਿਸ਼ਟਾ ਕਾ ਕੀੜਾ ਬਿਸ਼ਟਾ ਮਾਹੇ ਸਮਾਵੇ। ਐਸੇ ਜੀਵ ਨੂੰ ਬਾਣੀ ਕਹਿੰਦੀ ਹੈ ਕਿ ਇਹ ਬਿਸ਼ਟਾ ਦੇ ਕੀੜੇ ਨੇ, ਜਿਹੜੇ ਪਰਾਏ ਨਿੰਦਾ ਕਰਦੇ ਨੇ, ਵੈਰ ਵਿਰੋਧ ਦੀਆਂ ਗੱਲਾਂ ਕਰਦੇ ਨੇ। ਇਹ ਵਿਸ਼ਟਾ ਦੇ ਕੀੜੇ ਅਖੀਰ ਵਿਸ਼ਟਾ ਵਿੱਚ ਹੀ ਇਸਨੇ ਜਾ ਕੇ ਸਮਾਣਾ ਹੈ, ਨਾਮ ਦੇ ਵਿੱਚ ਨਹੀਂ ਸਮਾ ਸਕਦਾ। ਸਤ ਸੰਗਤ ਮਿਲ ਸਭ ਸੋਝੀ ਪਾਏ। ਜੇਕਰ ਸੱਚੀ ਸੰਗਤ ਮਿਲ ਜਾਵੇ ਉਸ ਦੇ ਵਿੱਚ ਫਿਰ ਜਾ ਕੇ ਸਾਰੀ ਸੋਝੀ ਪ੍ਰਾਪਤ ਹੁੰਦੀ ਹੈ। ਗੁਰ ਕਾ ਸ਼ਬਦ ਹਰ ਭਗਤ ਦ੍ਰਿੜਾਏ। ਫਿਰ ਉੱਥੇ ਹੀ ਜਿਹੜਾ ਗੁਰ ਦਾ ਸ਼ਬਦ ਹੈ, ਉਸ ਪ੍ਰਭੂ ਦੇ ਜਿਹੜੇ ਜਨ ਨੇ, ਭਗਤ ਨੇ, ਉਹ ਸਾਨੂੰ ਉਹ ਗੁਰ ਦਾ ਸ਼ਬਦ ਦ੍ਰਿੜ ਕਰਾਉਂਦੇ ਨੇ ਵਾਰ-ਵਾਰ। ਇਹੀ ਸਾਡੀ ਭਗਤੀ ਹੈ। ਗੁਰ ਕਾ ਸ਼ਬਦ ਹਰ ਭਗਤ ਦ੍ਰਿੜਾਏ। ਆਪ ਪ੍ਰਭੂ ਆਪਣੇ ਜਨਾਂ ਦੁਆਰਾ ਇਹ ਦ੍ਰਿੜ ਕਰਵਾਉਂਦਾ ਹੈ ਸੱਚੀ ਸੰਗਤ ਦੇ ਵਿੱਚ, ਕਿਉਂਕਿ ਸੱਚੀ ਸੰਗਤ ਦੇ ਵਿੱਚ ਆਪ ਵਸਦਾ ਹੈ। ਵਿੱਚ ਸੰਗਤ ਹਰ ਪ੍ਰਭ ਬਸੈ ਜੀਓ। ਪਾਣਾ ਮੰਨੇ ਸਦਾ ਸੁਖ ਹੋਏ। ਜਿਹੜੇ ਜੀਵ ਪਾਣਾ ਮੰਨਦੇ ਨੇ ਉਹ ਸਦਾ ਸੁਖ ਹੀ ਰਹਿੰਦੇ ਨੇ, ਉਹਨਾਂ ਨੂੰ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ। ਨਾਨਕ ਸੱਚ ਸਮਾਵੈ ਸੋਏ। ਉਹੀ ਫਿਰ ਸੱਚ ਸਮਾਉਂਦੇ ਨੇ ਜਿਹੜੇ ਗੁਰ ਦੇ ਸ਼ਬਦ ਨੂੰ ਸੁਣ ਕੇ ਮੰਨਦੇ ਨੇ। ਜਿਹੜਾ ਗੁਰ ਸ਼ਬਦ ਦ੍ਰਿੜ ਕਰਦੇ ਹਾਂ, ਧਿਆਨ ਮਾਰਗ, ਕੋਈ ਬੋਲ ਕੇ ਨਹੀਂ, ਜੋ ਆਪਾਂ ਗਿਆਨ ਦ੍ਰਿੜ ਕਰਦੇ ਹਾਂ ਵਾਰ-ਵਾਰ, ਜਿਹੜੇ ਇਸ ਨੂੰ ਸੁਣ ਕੇ ਮੰਨਦੇ ਨੇ ਉਹ ਜਾ ਕੇ ਸੱਚ ਸਮਾਉਂਦੇ ਨੇ। ਇਸ ਕਰਕੇ ਇਹ ਹੁਕਮ ਵੀ ਕਹਿ ਦਿੱਤਾ, ਪਾਣਾ ਵੀ ਕਹਿ ਦਿੱਤਾ, ਗੁਰ ਕਾ ਉਪਦੇਸ਼ ਵੀ ਕਹਿ ਦਿੱਤਾ, ਹੁਕਮ ਮੰਨਿਓ ਗੁਰੂ ਕੇਰਾ। ਸੋ ਇਸ ਤਰੀਕੇ ਨਾਲ ਜਾ ਕੇ ਜੀਵ ਸੱਚ ਸਮਾਉਂਦਾ ਹੈ, ਜਿਹੜਾ
ਗੁਰ ਦਾ ਗਿਆਨ ਲੈਂਦਾ ਹੈ ਕਦੋਂ? ਜਿਨ੍ਹਾਂ ਦੇ ਮਨ ਵਿੱਚ ਆਪ ਪ੍ਰਭੂ ਵਸਿਆ ਹੈ। ਪਰ ਕਦੋਂ ਵਸਿਆ? ਜਿਨ੍ਹਾਂ ਨੇ ਗੁਰ ਦੀ ਕਿਰਪਾ ਦੁਆਰਾ ਅੰਨ ਦਿਨ ਜਾਗਣਾ ਸ਼ੁਰੂ ਕੀਤਾ ਹੈ, ਜਿਹੜੇ ਸੱਚ ਦੇ ਵਿੱਚ ਸਮਾਏ ਨੇ। ਆਓ ਅਗਲਾ ਸ਼ਬਦ ਫਿਰ ਆਸਾ ਰਾਗ ਦੇ ਵਿੱਚ ਮਹੱਲੇ ਤੀਜੇ ਦਾ ਹੈ। ਇਹ ਪੰਚਪਦੇ ਨੇ। 4 ਪਦੇ ਸੀ, ਪੰਚਪਦੇ ਨੇ। ਔਰ ਉਹ ਪੰਕਤੀਆਂ ਨੇ। ਜਿਨ ਕੋ ਨਾਮ ਲਿਖਿਆ ਤੁਰ ਲੇਖ, ਤੇ ਅਨਦਿਨ ਨਾਮ ਸਦਾ ਧਿਆਵੈ, ਗੁਰ ਪੂਰੇ ਤੇ ਭਗਤ ਵਿਸੇਖ। ਜਿਨ੍ਹਾਂ ਨੂੰ ਪ੍ਰਭੂ ਨੇ ਆਪ ਜਿਨ੍ਹਾਂ ਦੇ ਮਸਤਕ 'ਤੇ ਇਹ ਲੇਖ ਪਾ ਦਿੱਤਾ ਹੈ, ਆਪ ਆਪਣਾ ਪ੍ਰਗਟ ਹੋ ਕੇ ਗਿਆਨ ਕਰਵਾ ਦਿੱਤਾ ਹੈ। ਕਿਉਂਕਿ ਜਿਨ੍ਹਾਂ ਨੂੰ ਵੀ ਦਿੰਦਾ ਆਪ ਪ੍ਰਭੂ ਹੀ ਆਪਣੇ ਜਨਾਂ ਦੁਆਰਾ ਦਿੰਦਾ ਹੈ। ਉਹ ਜੀ ਫਿਰ ਅਨਦਿਨ ਨਾਮ ਨੂੰ ਧਿਆਉਂਦੇ ਨੇ ਸਦਾ, ਤੇ ਅਨਦਿਨ ਨਾਮ ਸਦਾ ਧਿਆਵੈ, ਪੂਰੇ ਗੁਰ ਤੇ ਭਗਤ ਵਿਸੇਖ। ਇਹ ਪੂਰੇ ਗੁਰ ਤੇ ਇਹ ਭਗਤੀ ਹੁੰਦੀ ਹੈ। ਗੁਰ ਦਾ ਗਿਆਨ ਜਿਹੜਾ ਹੈ, ਧਿਆਨ ਮਾਰਗ ਚੱਲਦੇ ਹਾਂ। ਕਿਉਂਕਿ ਸਾਡਾ ਜਿਹੜੀ ਕਾਇਆ ਹੈ ਬ੍ਰਹਮਾ ਹੈ, ਜਿਹੜਾ ਆਪਣਾ ਇਹ ਮੁੱਖ ਹੈ, ਕਾਇਆ ਹੈ। ਕਿੱਥੇ ਦੀ ਗੱਲ ਕੀਤੀ? ਇੱਥੇ ਜਿਹੜੇ ਉੱਪਰ 7 ਦਰ ਨੇ, ਸਾਡੇ 2 ਥੱਲੇ ਨੇ, ਇੱਥੇ ਜਿਹੜੀ ਹੈ ਕਾਇਆ ਹੈ। ਜਦੋਂ ਮਨ ਜੋਤ ਪ੍ਰਗਟ ਹੋ ਜਾਂਦੀ, ਇਸ ਨੂੰ ਢੱਕ ਲੈਂਦਾ ਹੈ ਧੋਤੀ ਦਾ। ਇਸ ਕਰਕੇ ਉਸ ਨੂੰ ਧੋਤੀ ਕਹਿ ਦਿੱਤਾ ਹੈ। ਜਿਵੇਂ ਆਪਾਂ ਨਗਨ ਟਗਣ ਵਾਸਤੇ ਧੋਤੀ ਲਾਉਂਦੇ ਸੀ ਪਹਿਲਾਂ, ਅੱਜ ਕਛਹਿਰੇ ਪਾ ਲੈਂਦੇ ਹਾਂ। ਉਦੋਂ ਬ੍ਰਾਹਮਣ ਧੋਤੀ ਲਾਉਂਦਾ ਸੀ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਹੈ ਕਿ ਗਿਆਨ ਜਿਹੜਾ ਕਾਇਆ ਬ੍ਰਹਮਾ ਹੈ, ਮਨ ਧੋਤੀ ਹੈ, ਗਿਆਨ ਜਨੇਊ ਹੈ, ਧਿਆਨ ਕੁਸਪਾਤੀ ਹੈ। ਧਿਆਨ ਟਿੱਕਾ ਹੈ, ਜਿਹੜਾ ਧਿਆਨ ਦਾ ਲਾਉਣਾ ਹੈ। ਇਹ ਸਾਰਾ ਕਿੱਥੋਂ ਹੁੰਦਾ ਹੈ? ਪੂਰੇ ਗੁਰ 'ਤੇ। ਉਹ ਫਿਰ ਸਾਨੂੰ ਗਿਆਨ ਮਿਲਦਾ ਹੈ ਕਿ ਕਿਵੇਂ ਆਪਾਂ ਪ੍ਰਭੂ ਨੂੰ ਧਿਆਉਣਾ ਹੈ। ਜਿਹੜੇ ਆਪ ਧਿਆਉਂਦੇ ਨੇ ਉਹ ਹੀ ਸਾਨੂੰ ਦੱਸਦੇ ਨੇ ਕਿਵੇਂ ਧਿਆਉਣਾ ਹੈ। ਅਤੇ ਅਨਦਿਨ ਨਾਮ ਸਦਾ ਧਿਆਵੈ, ਉਹ ਆਪ ਅਨਦਿਨ ਨਾਮ ਧਿਆਉਂਦੇ ਨੇ। ਗੁਰ ਪੂਰੇ ਤੇ ਭਗਤ ਵਿਸੇਖ, ਉਹਨਾਂ ਕੋਲ ਪੂਰਾ ਗੁਰ ਹੈ। ਉਸ ਦੁਆਰਾ ਫਿਰ ਸਾਨੂੰ ਭਗਤੀ ਦਾ ਗਿਆਨ ਪ੍ਰਾਪਤ ਹੁੰਦਾ ਹੈ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਸ਼ਬਦ ਮਰੈ ਤੇ ਸਦਾ ਆਨੰਦ। ਐਸੇ ਜੀਵ ਜਿਹੜੇ ਧਿਆਉਂਦੇ ਨੇ ਅਨਦਿਨ, ਉਹ ਫਿਰ ਸ਼ਬਦ ਦਿੰਦੇ ਨੇ। ਕਿਉਂਕਿ ਸ਼ਬਦ ਦੁਆਰਾ ਮਨ ਦਾ ਮਰਨਾ ਹੈ, ਗੁਰ ਦੇ ਗਿਆਨ ਦੁਆਰਾ। ਕਿਉਂਕਿ ਮਨ ਮਾਰਿਆ ਨਹੀਂ ਜਾ ਸਕਦਾ ਜਦ ਤੱਕ ਸਤਿਗੁਰ ਨਹੀਂ ਭੇਟਦਾ। ਮਹਾਰਾਜ ਸਮਝਾਉਂਦੇ ਨੇ, ਜੇ ਇਸ ਨੂੰ ਮਾਰਨਾ ਹੈ ਤਾਂ ਗੁਰ ਸ਼ਬਦ ਦੀ ਵਿਚਾਰ ਦੁਆਰਾ ਹੀ ਮਰਦਾ ਹੈ। ਮਾਰੂ ਮਾਰਨ ਜੋ ਗਏ, ਮਾਰ ਨਾ ਸਕਹਿ ਗਵਾਰ, ਨਾਨਕ ਜੇ ਇਹ ਮਾਰੀਐ ਗੁਰ ਸ਼ਬਦੀ ਵਿਚਾਰ। ਇਹ ਮਨ ਮਾਰਿਆ ਨਾ ਮਰੈ, ਜੇ ਲੋਚੈ ਸਭ ਕੋਏ, ਨਾਨਕ ਮਨ ਹੀ ਮਨ ਕੋ ਮਾਰਸੀ, ਜੇ ਸਤਿਗੁਰ ਭੇਟੈ ਸੋਏ। ਜੇ ਸਤਿਗੁਰ ਨਾਲ ਭੇਟ ਹੈ, ਫਿਰ ਇੱਕ ਮਨ ਦੂਜੇ ਨੂੰ ਗਿਆਨ ਦਿੰਦਾ ਹੈ, ਗੁਰ ਦਿੰਦਾ, ਫਿਰ ਮਨ ਮਰਦਾ ਹੈ। ਨਹੀਂ ਤਾਂ ਮਨ ਨੂੰ ਮਾਰਨ ਗਏ ਬਹੁਤ, ਪਰ ਮਾਰ ਨਹੀਂ ਸਕਿਆ ਕੋਈ ਵੀ। ਕਿਉਂਕਿ ਜੇ ਮਰਨਾ ਹੈ, ਗੁਰ ਸ਼ਬਦ ਦੀ ਵਿਚਾਰ ਦੁਆਰਾ ਹੀ ਮਰਦਾ ਹੈ। ਇੱਕ ਮਨ ਪ੍ਰਭੂ ਉਹਨਾਂ ਦੁਆਰਾ ਇਹ ਗਿਆਨ ਦਿੰਦਾ ਹੈ, ਦੂਜਾ ਸੁਣ ਕੇ ਕਮਾਉਂਦਾ ਹੈ, ਫਿਰ ਮਨ ਮਰਦਾ ਹੈ। ਜਿਹੜੇ ਸ਼ਬਦ ਦੁਆਰਾ ਮਰਦੇ ਨੇ ਉਹ ਸਦਾ ਆਨੰਦ ਦੇ ਵਿੱਚ ਨੇ। ਸਤਿਗੁਰ ਭੇਟੇ ਗੁਰ ਗੋਬਿੰਦ, ਸਤਿਗੁਰ ਨਾਲ ਭੇਟ ਹੁੰਦੀ ਹੈ, ਜਿਹੜਾ ਫਿਰ ਗੁਰ ਪ੍ਰਾਪਤ ਹੁੰਦਾ ਹੈ। ਗੁਰ ਨੂੰ ਗੋਬਿੰਦ ਵੀ ਕਿਹਾ ਹੈ। ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਗੁਰ ਨੂੰ ਹੀ ਗੋਬਿੰਦ ਕਹਿ ਦਿੱਤਾ ਹੈ, ਅਤੇ ਗੋਬਿੰਦ ਹੀ ਗੁਰੂ ਹੈ, ਗੁਰ ਹੀ ਗੁਰੂ ਹੈ ਕਹਿਣ ਤੋਂ ਭਾਵ ਜਿਵੇਂ ਸਿੱਖ ਹੈ, ਸਿੱਖ ਨੂੰ ਵੀ ਗੁਰੂ ਕਹਿ ਦਿੱਤਾ ਹੈ। ਗੁਰੂ ਸਿੱਖ, ਸਿੱਖ ਗੁਰੂ ਹੈ। ਸਿੱਖ ਦਾ ਮਤਲਬ ਸਿੱਖਿਆ। ਕਿਸੇ ਤੋਂ ਮਿਲੀ ਸਿੱਖਿਆ ਜਿਹੜੀ ਹੈ, ਉਹ ਸਿੱਖਿਆ ਹੀ ਜਿਹੜੀ ਸੱਚੀ ਸਿੱਖਿਆ ਹੈ, ਸੱਚਾ ਸ਼ਬਦ ਹੈ, ਸੱਚਾ ਗਿਆਨ ਹੈ,
ਉਹ ਸਿੱਖ ਹੀ ਸਾਡੀ ਗੁਰੂ ਬਣ ਜਾਂਦੀ ਹੈ। ਜੇ ਇੱਕ ਸਿੱਖ ਅਸੀਂ ਸੁਣ ਲਈਏ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਫਿਰ ਅਸੀਂ ਸਿੱਖ ਨੂੰ, ਸਿੱਖਿਆ ਨੂੰ ਗੁਰੂ ਬਣਾ ਲੈਣਾ ਹੈ, ਗਿਆਨ ਨੂੰ ਗੁਰੂ ਬਣਾ ਲੈਣਾ ਹੈ। ਨਾ ਫਿਰ ਮਰੇ ਨਾ ਆਵੇ ਜਾਏ। ਜਿਹੜੇ ਜੀਵ ਗੁਰ ਸ਼ਬਦ ਦੁਆਰਾ ਮਰਦੇ ਨੇ, ਸਤਿਗੁਰ ਨਾਲ ਮਿਲਾਪ ਹੋ ਜਾਂਦਾ ਹੈ, ਜਿਨ੍ਹਾਂ ਨੂੰ ਇਹ ਖਜ਼ਾਨਾ ਬਖਸ਼ਦਾ ਹੈ, ਉਹ ਫਿਰ ਨਾ ਮਰਦੇ ਨੇ ਨਾ ਆਵਣ ਜਾਵਣ ਦੇ ਵਿੱਚ ਨੇ। ਪੂਰੇ ਗੁਰ ਤੇ ਸੱਚ ਸਮਾਏ। ਪੂਰੇ ਗੁਰਦੁਆਰਾ ਉਹ ਸੱਚ ਵਿੱਚ ਸਮਾਉਂਦੇ ਨੇ, ਇਸ ਕਰਕੇ ਜੀਵਨ ਮੁਕਤ ਹੋ ਜਾਂਦੇ ਨੇ। ਨਾ ਜੰਮਦੇ ਮਰਦੇ ਨੇ ਤੇ ਨਾ ਆਵਣ ਜਾਵਣ ਦੇ ਵਿੱਚ ਨੇ। ਜਿਨ ਕੋ ਹਰ ਪ੍ਰਭ ਲਏ ਮਿਲਾਏ। ਜਿਨ੍ਹਾਂ ਤੇ ਪ੍ਰਭੂ ਖੁਸ਼ ਹੁੰਦਾ ਹੈ, ਜਿਨ੍ਹਾਂ ਨੂੰ ਆਪ ਪ੍ਰਭੂ ਮਿਲਾ ਲੈਂਦਾ ਹੈ। ਕਿਉਂਕਿ ਪਹਿਲਾਂ ਆਪ ਕਿਸੇ ਨੂੰ ਮਿਲਾਉਂਦਾ ਹੈ, ਆਪਾ ਜਨਾਉਂਦਾ ਹੈ, ਆਪਾ ਬੁਝਾਉਂਦਾ ਹੈ ਪ੍ਰਗਟ ਹੋ ਕੇ, ਫਿਰ ਉਹਨਾਂ ਦੁਆਰਾ ਅੱਗੇ ਗਿਆਨ ਬਖਸ਼ਿਸ਼ ਕਰਦਾ ਹੈ। ਇਸ ਕਰਕੇ ਸਮਝਾਉਂਦੇ ਨੇ ਵੀ ਜਿਹਨੂੰ ਆਪ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ, ਉਸ ਦੇ ਬਾਰੇ ਕੁਛ ਕਹਿ ਨਹੀਂ ਸਕਦੇ। ਤਿਨ ਕੀ ਗਹਿਨ ਗਤ ਕਹੀ ਨਾ ਜਾਏ। ਕਿਉਂਕਿ ਜੇ ਉਹਨਾਂ ਬਾਰੇ ਕਵਾਂਗੇ ਕੁਛ ਪਛਤਾਉਣਾ ਪਏਗਾ। ਜਿਨ੍ਹਾਂ ਨੇ ਗੁਰ ਦੀ ਗੱਲ ਨੂੰ ਸੁਣਿਆ, ਗੁਰ ਦੇ ਗਿਆਨ ਨੂੰ ਸੁਣਿਆ, ਮੰਨਿਆ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਜਿਨ੍ਹਾਂ ਨੂੰ ਆਪ ਪ੍ਰਭੂ ਨੇ ਮਿਲਾ ਲਿਆ, ਉਹਨਾਂ ਦੇ ਬਾਰੇ ਕਹਿ ਨਹੀਂ ਸਕਦੇ। ਪੂਰੇ ਸਤਿਗੁਰ ਦਿੱਤੀ ਵਡਿਆਈ। ਆਪ ਪੂਰਾ ਸਤਿਗੁਰ ਉਸ ਨੂੰ ਵਡਿਆਈ ਬਖਸ਼ਿਸ਼ ਕਰ ਦਿੰਦਾ ਹੈ। ਉੱਤਮ ਪਦਵੀ ਹਰ ਨਾਮ ਸਮਾਈ। ਉਹਨਾਂ ਨੂੰ ਉੱਤਮ ਪਦਵੀ ਮਿਲਦੀ ਹੈ, ਕਿਉਂਕਿ ਹਰੀ ਦੇ ਨਾਮ ਸਮਾ ਜਾਂਦੇ ਨੇ। ਆਪ ਪ੍ਰਭੂ ਮਿਲਾਉਂਦਾ ਹੈ, ਉਹਨਾਂ ਨੂੰ ਉੱਤਮ ਪਦਵੀ ਮਿਲਦੀ ਹੈ, ਜਿਨ੍ਹਾਂ ਦੁਆਰਾ ਫਿਰ ਅਸੀਂ ਅੰਤਰ ਆਰਾਧਨਾ ਸਿੱਖਦੇ ਹਾਂ। ਕੋਈ ਵਿਰਲੇ ਵਿਰਲੇ ਹੁੰਦੇ ਨੇ, ਮਹਾਰਾਜ ਸਮਝਾਉਂਦੇ ਨੇ ਕਿ ਕਿਵੇਂ ਆਰਾਧਨਾ ਹੈ ਅੰਦਰ। ਜਿਹੜੇ ਵਿਰਲੇ ਨੇ, ਕੋਈ ਉੱਤਮ ਨੇ, ਉਹਨਾਂ ਦੁਆਰਾ ਫਿਰ ਸਾਨੂੰ ਮੁੱਖ ਤੋਂ ਬੋਲ ਕੇ ਗੁਰ ਦਿੱਤਾ ਜਾਂਦਾ ਹੈ। ਅਤੇ ਸੁਣਨਾ ਕੰਨਾਂ ਨਾਲ ਹੈ, ਦੇਖਣਾ ਅੱਖਾਂ ਦੇ ਨਾਲ ਹੁੰਦਾ ਹੈ, ਫਿਰ ਉਸ ਦੇ ਨਾਲ ਰੱਤੇ ਜਾਣਾ ਹੁੰਦਾ ਹੈ, ਉਸ ਗਿਆਨ ਦੇ ਨਾਲ, ਅਤੇ ਫਿਰ ਸਾਨੂੰ ਦਰਗਾਹ 'ਚ ਥਾਂ ਮਿਲਦਾ ਹੈ, ਜਿਸ ਨੂੰ ਆਪਾਂ ਪੜ੍ਹਦੇ ਹਾਂ। ਅੰਤਰ ਗੁਰ ਆਰਾਧਨਾ, ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਏ ਠਾਓ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਤ ਦੇ। ਪਰ ਇਹ ਵੱਤ ਕਿਸੇ ਨੂੰ ਦਵੇਗਾ, ਫੇਰ ਹੀ ਉਹ ਆਖੇਗਾ ਮੁਖੋਂ, ਜਗ ਮੈਂ ਉੱਤਮ ਖਾੜੀਆ ਵਿਰਲੇ ਕਈ ਕੇ। ਕੋਈ ਵਿਰਲੇ ਵਿਰਲੇ ਨੇ ਐਸੇ ਜਿਹਨਾਂ ਨੂੰ ਆਪ ਇਹ ਖਜ਼ਾਨਾ ਬਖਸ਼ਿਸ਼ ਕਰਦਾ ਹੈ, ਫਿਰ ਉਹ ਮੁੱਖੋਂ ਬੋਲਦੇ ਨੇ। ਦੂਜਾ ਸੁਣਦਾ ਹੈ, ਕੰਨਾਂ ਨਾਲ ਦੇਖਦਾ, ਅੱਖਾਂ ਨਾਲ ਹੈ, ਅਤੇ ਗੁਰ ਦੇ ਗਿਆਨ ਦੁਆਰਾ ਚੱਲਣਾ ਸ਼ੁਰੂ ਕਰਦਾ ਹੈ। ਗੁਰ ਨਾਲ ਰਤਿਆ ਜਾਂਦਾ, ਦਰਗਾਹ ਦੇ ਵਿੱਚ ਥਾਂ ਮਿਲਦੀ ਹੈ। ਉੱਤਮ ਪਦਵੀ ਪ੍ਰਾਪਤ ਹੋ ਜਾਂਦੀ। ਉੱਤਮ ਪਦਵੀ ਹਰਨਾਮ ਸਮਾਈ। ਜੋ ਕਿਛ ਕਰੇ ਸੋ ਆਪੇ ਆਪ। ਫਿਰ ਆਪ ਪ੍ਰਭੂ ਜੋ ਕੁਛ ਵੀ ਕਰਦਾ ਆਪ ਕਰਦਾ ਹੈ, ਆਪਣਾ ਗਿਆਨ ਆਪ ਕਰਾਉਂਦਾ ਹੈ, ਉਸ ਨੂੰ ਆਪਣੇ ਸੰਭਾਲ ਲੈਂਦਾ ਹੈ। ਕਿਉਂਕਿ ਅਕਥ ਦੀ ਕਥਾ ਜਿਹੜੀ ਹੈ, ਇਹ ਕਦੋਂ ਵਿਚਾਰੀ ਜਾਂਦੀ ਹੈ? ਜਦੋਂ ਮਨ ਜਾ ਕੇ ਸਤਿਗੁਰ ਦੇ ਵਿੱਚ ਸਮਾ ਜਾਂਦਾ ਹੈ, ਦਰਗਾਹ ਦੇ ਵਿੱਚ ਬਾਸਾ ਹੋ ਜਾਂਦਾ ਹੈ। ਉੱਥੇ ਫਿਰ ਬੈਠਾ ਅੰਮ੍ਰਿਤ ਨੂੰ ਮੰਨਦਾ ਹੈ, ਅੰਮ੍ਰਿਤ ਪੀਂਦਾ ਹੈ। ਮਹਾਰਾਜ ਸਮਝਾਉਂਦੇ ਨੇ, ਅਕਥ ਕਥਾ ਵਿਚਾਰੀਐ ਜਾ ਸਤਿਗੁਰ ਮਾਹੇ ਸਮਾਹੇ, ਪੀ ਅੰਮ੍ਰਿਤ ਸੰਤੋਖਿਆ ਦਰਗਾਹ ਪੈਦਾ ਜਾਹੇ। ਫਿਰ ਜਾ ਕੇ ਕਥ ਦੀ ਕਥਾ ਹੁੰਦੀ ਹੈ। ਇਹ ਘੜੀ ਮੈਂ ਥਾਪ ਉਥਾਪ। ਫਿਰ ਜਦੋਂ ਆਪ ਗਿਆਨ ਦਿੰਦਾ ਹੈ, ਇੱਕ ਘੜੀ ਦੇ ਵਿੱਚ ਤੁਹਾਨੂੰ ਉਥਾਪ ਦਿੰਦਾ ਹੈ। ਕੀ ਹੈ ਥਾਪਣਾ ਅਤੇ ਉਥਾਪਣਾ? ਕੀ ਹੈ ਕਿ ਸਾਡਾ ਮਨ ਜਿਹੜਾ ਅਸਥੂਲ ਹੁੰਦਾ ਹੈ, ਅਸੀਂ ਦੋ ਦ੍ਰਿਸ਼ਟੀ ਦੇ ਵਿੱਚ ਹੋਣ ਕਰਕੇ ਅਸਥੂਲ ਹੁੰਦੇ ਹਾਂ, ਉਸ ਅਸਥੂਲ ਨੂੰ ਪ੍ਰਕਾਸ਼ ਕਰ ਦਿੰਦਾ ਹੈ, ਉਸ ਆਕਾਰ ਨੂੰ ਨਿਰਾਕਾਰ ਕਰ ਦਿੰਦਾ ਹੈ। ਕਿੰਨਾ ਕੁ ਸਮਾਂ ਲੱਗਦਾ ਹੈ? ਬਸ ਇੱਕ ਵਾਰੀ ਅਸੀਂ ਗੁਰ ਗਿਆਨ ਦੁਆਰਾ ਚੱਲਦੇ ਹਾਂ, ਧਿਆਨ ਲਗਾਉਂਦੇ ਹਾਂ,
ਤੇ ਇਹਨੇ ਵਿੱਚ ਹੀ ਉਹ ਸਾਨੂੰ ਉਹ ਰੂਪ ਪ੍ਰਗਟ ਕਰ ਦਿੰਦਾ ਹੈ ਜਿਹੜਾ ਸਾਡਾ ਅਸਲੀ ਰੂਪ ਹੈ। ਕਹਿ ਕਹਿ ਕਹਿਣਾ ਆਖ ਸੁਣਾਏ। ਮੇਰਾ ਸਮਝਾਉਂਦੇ ਨੇ ਕਿ ਕਹਿ ਕਹਿ ਕਹਿੰਦੇ ਨੇ, ਆਖ ਸੁਣਾਉਂਦੇ ਨੇ। ਜੇ ਸੋ ਕਾਲੇ ਥਾਏ ਨਾ ਪਾਏ। ਜਦ ਤੱਕ ਅਸੀਂ ਧਿਆਨ ਨਹੀਂ ਲਗਾਉਂਦੇ, ਜਦ ਤੱਕ ਅਸੀਂ ਆਪ ਪ੍ਰਭੂ ਇਹ ਗਿਆਨ ਨਹੀਂ ਦਿੰਦਾ ਆ ਕੇ, ਤੇ ਫਿਰ ਅਸੀਂ ਉਹ ਸ਼ਬਦ ਦੁਆਰਾ ਧਿਆਨ ਨਹੀਂ ਲਗਾਉਂਦੇ, ਉਨੀ ਦੇਰ ਸਾਡਾ ਕੀਤਾ ਥਾਏ ਨਹੀਂ ਪੈਂਦਾ। ਕਿਉਂਕਿ ਜਦ ਆਪ ਆ ਕੇ ਸਾਨੂੰ ਗਿਆਨ ਦਿੰਦਾ ਰਸਨਾ 'ਤੇ ਬੈਠ ਕੇ, ਫਿਰ ਸਾਨੂੰ ਇੱਕ ਘੜੀ 'ਚ ਹੀ ਪਹਿਲਾ ਰੂਪ ਉਥਾਪ ਦਿੰਦਾ ਹੈ ਅਤੇ ਨਵਾਂ ਰੂਪ ਥਾਪ ਦਿੰਦਾ ਹੈ। ਜਿਨ ਕਾ ਪੋਤਾ ਪੁੰਨ ਤਿਨਾ ਗੁਰੂ ਮਿਲਾਏ। ਇਸ ਕਰਕੇ ਜਿਨ੍ਹਾਂ ਦੇ ਕਰਮਾਂ ਦੇ ਵਿੱਚ, ਜਿਨ੍ਹਾਂ ਦੇ ਖਜ਼ਾਨੇ ਦੇ ਵਿੱਚ ਮਾਲਕ ਨੇ ਇਹ ਲਿਖਿਆ ਹੈ, ਜਿਨ੍ਹਾਂ ਨੂੰ ਇਹ ਖਜ਼ਾਨਾ ਬਖਸ਼ਿਸ਼ ਕੀਤਾ ਹੈ, ਉਹਨਾਂ ਨੂੰ ਫਿਰ ਗੁਰੂ ਮਿਲਾਉਂਦਾ ਹੈ। ਉਹਨਾਂ ਨੂੰ ਫਿਰ ਇਹ ਗਿਆਨ ਬਖਸ਼ਿਸ਼ ਹੁੰਦਾ ਹੈ। ਆਪ ਗੁਰੂ ਸਾਨੂੰ ਪ੍ਰਭੂ ਦੇ ਨਾਲ ਮਿਲਾ ਦਿੰਦਾ ਹੈ। ਸੱਚ ਬਾਣੀ ਗੁਰ ਸ਼ਬਦ ਸੁਣਾਏ। ਉਹ ਫਿਰ ਸਾਨੂੰ ਸੱਚਾ ਸ਼ਬਦ ਸੁਣਾਉਂਦੇ ਨੇ ਬੋਲ ਕੇ, ਜਿਨ੍ਹਾਂ ਦੇ ਕੋਲ ਇੱਕ ਖਜ਼ਾਨਾ ਮਾਲਕ ਨੇ ਬਖਸ਼ਿਸ਼ ਕੀਤਾ ਹੈ। ਉਹ ਆ ਕੇ ਸੁਣਾਉਂਦੇ ਨੇ ਵੀ ਕਿਵੇਂ ਕਿਵੇਂ ਆਪਾਂ ਚੱਲਣਾ ਹੈ, ਕਿੱਥੇ ਕਿੱਥੇ ਠਹਿਰਾ ਕਰਨਾ ਹੈ, ਕਿਵੇਂ ਚੱਲਣਾ ਹੈ, ਕਿੱਥੇ ਧਿਆਨ ਲਗਾਉਣਾ ਹੈ, ਫਿਰ ਕਿੱਥੇ ਧਿਆਨ ਲਗਾਉਣਾ ਹੈ। ਫਿਰ ਉਹ ਆ ਕੇ ਸੁਣਾਉਂਦੇ ਨੇ ਜਿਨ੍ਹਾਂ ਦੇ ਕੋਲ ਇਹ ਖਜ਼ਾਨਾ ਹੈ। ਜਹਾਂ ਸ਼ਬਦ ਵਸੈ ਤਹਾਂ ਦੁੱਖ ਜਾਏ। ਜਿੱਥੇ ਸ਼ਬਦ ਵਸ ਜਾਂਦਾ, ਜਿਨ੍ਹਾਂ ਹਿਰਦਿਆਂ ਦੇ ਵਿੱਚ ਗੁਰ ਦਾ ਸ਼ਬਦ ਵਸ ਜਾਂਦਾ ਹੈ, ਉੱਥੇ ਦੁੱਖ ਖਤਮ ਹੋ ਜਾਂਦਾ ਹੈ। ਕਿਹੜਾ ਦੁੱਖ ਖਤਮ ਹੁੰਦਾ ਹੈ? ਵਿਛੋੜੇ ਦਾ, ਜਨਮ ਮਰਨ ਦਾ, ਜਮਾਂ ਦਾ ਡਰ ਖਤਮ ਹੋ ਜਾਂਦਾ ਹੈ। ਗਿਆਨ ਰਤਨ ਸੱਚ ਹੈ ਸਹਿਜ ਸਮਾਏ। ਗਿਆਨ ਰਤਨ ਹੈ ਜਿਹੜਾ ਕਦੋਂ ਦਿੱਤਾ ਜਾਂਦਾ ਹੈ? ਜਦੋਂ ਸੱਚ ਦੇ ਵਿੱਚ, ਸਹਿਜ ਦੇ ਵਿੱਚ ਸਮਾਉਂਦਾ ਹੈ, ਫਿਰ ਇਹ ਗਿਆਨ ਦਿੱਤਾ ਜਾਂਦਾ ਹੈ। ਅਤੇ ਜਿਹੜੇ ਜੀਵ ਸੁਣ ਕੇ ਮੰਨਦੇ ਨੇ, ਜਿਨ੍ਹਾਂ ਦੇ ਹਿਰਦੇ 'ਚ ਵਸ ਜਾਂਦਾ, ਉਹਨਾਂ ਦਾ ਦੁੱਖ ਖਤਮ ਹੋ ਜਾਂਦਾ ਹੈ। ਨਾਵੈ ਜੇਵੜ ਹੋਰ ਧਨ ਨਾਹੀ ਕੋਏ। ਅਤੇ ਸਤਿਗੁਰੂ ਸਮਝਾਉਂਦੇ ਨੇ ਕਿ ਨਾਮ ਜਿੱਡਾ ਹੋਰ ਕੋਈ ਧਨ ਨਹੀਂ ਹੈ। ਸਭ ਤੋਂ ਵੱਡਾ ਹੈ, ਜਿਹੜਾ ਅਖੁੱਟ ਖਜ਼ਾਨਾ ਹੈ, ਅਤੁੱਟ ਹੈ, ਅਪਾਰ ਹੈ। ਜਿਸ ਨੂੰ ਬਖਸ਼ੇ ਸਾਚਾ ਸੋਏ। ਪਰ ਇੱਕ ਆਪਣੇ ਆਪ ਨਹੀਂ ਲਿਆ ਜਾਂਦਾ, ਜਿਸ ਨੂੰ ਆਪ ਪ੍ਰਭੂ ਬਖਸ਼ਿਸ਼ ਕਰਦਾ ਹੈ, ਪਰਮੇਸ਼ਰ ਉਹਨਾਂ ਨੂੰ ਇਹ ਖਜ਼ਾਨਾ ਬਖਸ਼ਿਸ਼ ਕਰਦਾ ਹੈ ਨਾਮ ਦਾ, ਜਿਹਦੇ ਵਰਗਾ ਹੋਰ ਕੋਈ ਧਨ ਨਹੀਂ ਹੈ। ਜਿੰਨਾ ਮਰਜ਼ੀ ਖਾਈ ਜਾਈਏ, ਖਰਚੀ ਜਾਈਏ, ਤੋਟ ਨਹੀਂ ਆਉਂਦੀ, ਵੱਧਦਾ ਹੈ, ਕਿਉਂਕਿ ਉਸ ਪ੍ਰਭੂ ਦਾ ਖਜ਼ਾਨਾ ਹੈ। ਉੱਥੇ ਤੋਟ ਨਹੀਂ ਆਉਂਦੀ। ਪਰ ਖਜ਼ਾਨਾ ਕਿਹੜਾ ਹੈ? ਸ਼ਬਦ ਦਾ, ਨਾਮ ਦਾ, ਗੁਰ ਦਾ। ਪੂਰੇ ਸ਼ਬਦ ਮਨ ਵਸਾਏ। ਮਨ ਦੇ ਵਿੱਚ ਉਸ ਪੂਰੇ ਸ਼ਬਦ ਨੂੰ ਪ੍ਰਭੂ ਵਸਾ ਦਿੰਦਾ ਹੈ। ਨਾਨਕ ਨਾਮ ਰਤੇ ਸੁਖ ਪਾਏ। ਨਾਮ 'ਚ ਰਤੇ ਜੀਵ ਸੁਖ ਪਾਉਂਦੇ ਨੇ। ਆਪ ਵੀ ਜਿਨ੍ਹਾਂ ਦੇ ਹਿਰਦੇ 'ਚ ਵਸ ਜਾਂਦਾ ਹੈ, ਉਹਨਾਂ ਦਾ ਦੁੱਖ ਖਤਮ ਹੋ ਜਾਂਦਾ ਹੈ ਅਤੇ ਜੀਵਨ ਸੁਖੀ ਹੋ ਜਾਂਦਾ ਹੈ। ਜਨਮ ਮਰਨ ਦਾ ਡਰ ਖਤਮ ਹੋ ਜਾਂਦਾ ਹੈ, ਵਿਛੋੜਾ ਖਤਮ ਹੋ ਜਾਂਦਾ ਹੈ, ਅਤੇ ਜਿਹੜੀ ਸੰਸਾਰਿਕ ਭੁੱਖ ਵੀ ਖਤਮ ਹੋ ਜਾਂਦੀ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਤਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਦੁੱਖ ਨੇ ਮਨ ਨੂੰ ਲੱਗਦੇ ਨੇ ਵਿਛੋੜੇ ਦੇ ਕਾਰਨ, ਇਹ ਫਿਰ ਨਹੀਂ ਲੱਗਦੇ। ਆਓ ਅਗਲਾ ਸ਼ਬਦ ਫਿਰ ਆਸਾ ਰਾਗ ਦੇ ਵਿੱਚ ਮਹੱਲੇ ਤੀਜੇ ਦਾ ਸ਼ਬਦ ਹੈ। ਆਸਾ ਮਹੱਲਾ ਤੀਜਾ। ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਗੁਰਮੁਖ ਭਗਤ ਘਟ ਚਾਨਣ ਹੋਏ, ਆ ਪਛਾਣ ਮਿਲੈ ਪ੍ਰਭ ਸੋਏ। ਜਿਹੜੇ ਗੁਰਮੁਖ ਨੇ, ਭਗਤ ਨੇ ਪ੍ਰਭੂ ਦੇ, ਉਹਨਾਂ ਦੇ ਹਿਰਦੇ 'ਚ ਪ੍ਰਕਾਸ਼ ਹੁੰਦਾ ਹੈ, ਚਾਨਣ ਹੋ ਜਾਂਦਾ।
ਅਗਿਆਨਤਾ ਖਤਮ ਹੋ ਜਾਂਦੀ ਹੈ। ਜਿੱਥੇ ਫਿਰ ਆਪਣੇ ਆਪ ਦੀ ਸਾਨੂੰ ਪਹਿਲਾਂ ਪਹਿਚਾਣ ਹੁੰਦੀ ਹੈ। ਆਪ ਪਛਾਣ ਮਿਲੈ ਪ੍ਰਭ ਸੋਏ। ਜਦੋਂ ਆਪੇ ਦੀ ਪਹਿਚਾਣ ਹੋ ਜਾਂਦੀ ਹੈ ਪ੍ਰਕਾਸ਼ ਰੂਪ ਦੀ, ਫਿਰ ਪ੍ਰਭੂ ਦੀ ਪਹਿਚਾਣ ਹੋ ਜਾਂਦੀ, ਕਿਉਂਕਿ ਪ੍ਰਭੂ ਤਾਂ ਹੈ ਹੀ, ਹਰ ਸਮੇਂ ਹੈ, ਹਰ ਥਾਂ। ਉਹ ਤਾਂ ਕਦੇ ਵੀ ਐਸਾ ਨਹੀਂ ਕਿ ਉਹ ਹੈ ਨਹੀਂ, ਉਹ ਤਾਂ ਹੈ। ਸਿਰਫ ਸਾਨੂੰ ਆਪੇ ਦੀ ਪਹਿਚਾਣ ਨਾ ਹੋਣ ਕਰਕੇ ਅਸੀਂ ਉਸ ਨੂੰ ਦੂਰ ਸਮਝਦੇ ਹਾਂ। ਇਹਨੂੰ ਮਹਾਰਾਜ ਸਮਝਾਉਂਦੇ ਨੇ, ਆਪਣਾ ਆਪ ਨਾ ਪਛਾਣੀ ਹਰ ਪ੍ਰਭ ਜਾਤਾ ਦੂਰ, ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਿਹਾ ਹੈ ਜੋ। ਕਿਉਂਕਿ ਸਾਨੂੰ ਪਤਾ ਹੀ ਨਹੀਂ, ਗੁਰ ਦਾ ਗਿਆਨ ਨਹੀਂ ਕਿ ਕਿਵੇਂ ਆਪਾਂ ਪ੍ਰਭੂ ਦੇ ਸਨਮੁਖ ਰਹਿਣਾ ਹੈ। ਇਸ ਕਰਕੇ ਦੂਰ ਸਮਝਦੇ ਹਾਂ। ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੋ ਗਿਆ, ਜਿਨ੍ਹਾਂ ਦੇ ਅੰਦਰ ਅਗਿਆਨ ਖਤਮ ਹੋ ਗਿਆ, ਆਪਣੇ ਆਪ ਦੀ ਪਹਿਚਾਣ ਹੋ ਗਈ, ਅਤੇ ਉਹ ਫਿਰ ਉਸ ਪ੍ਰਭੂ ਨੂੰ ਦੇ ਨਾਲ ਮਿਲਦੇ ਨੇ, ਕਿਉਂਕਿ ਪ੍ਰਭੂ ਸਾਹਮਣੇ ਹੈ, ਪ੍ਰਗਟ ਹੈ। ਜਿਵੇਂ ਅੰਧੇਰੇ ਦੇ ਵਿੱਚ ਕੁਛ ਪਿਆ ਨਹੀਂ ਦਿਸਦਾ, ਜਦੋਂ ਚਾਨਣ ਹੋ ਜਾਵੇ ਅਤੇ ਪਿਆ ਦਿਸਦਾ, ਇੱਦਾਂ ਹੀ ਅਗਿਆਨਤਾ ਵਿੱਚ ਬਸ ਹੋ ਕੇ ਸਾਨੂੰ ਪ੍ਰਭੂ ਦੇ ਦਰਸ਼ਨ ਨਹੀਂ ਹੁੰਦੇ। ਜਦੋਂ ਫਿਰ ਗਿਆਨ ਹੋ ਜਾਂਦਾ ਹੈ, ਚਾਨਣ ਹੋ ਜਾਂਦਾ ਹੈ, ਫਿਰ ਸਾਨੂੰ ਪ੍ਰਭੂ ਦੇ ਦਰਸ਼ਨ ਹੁੰਦੇ ਨੇ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਨਿਰਤ ਕਰੇ ਬਹੁ ਬਾਜੇ ਵਜਾਏ। ਹੁਣ ਸੰਸਾਰ ਕੀ ਕਰਦਾ ਹੈ? ਬਾਜੇ ਵਜਾਉਂਦਾ ਹੈ, ਗਾਉਂਦਾ ਹੈ, ਗਾ ਗਾ ਕੇ। ਕਿਉਂਕਿ ਗਾਉਂਦੇ ਹਾਂ, ਸਿਰਫ ਗਾਉਂਦੇ ਨੇ, ਨਾ ਤਾਂ ਮਨ ਨੂੰ ਪਤਾ ਹੈ ਕਿ ਮਨ ਕੀ ਹੈ, ਨਾ ਗਾਉਣ ਦਾ ਪਤਾ ਹੈ ਕਿ ਗਾਉਣਾ ਕੀ ਸੀ, ਕੀਰਤਨ ਕਿਹੜਾ ਕਰਨਾ ਸੀ ਇਹ ਪਤਾ ਨਹੀਂ ਹੈ। ਕੀਰਤਨ ਕਰ ਰਹੇ ਨੇ ਲੋਕ, ਮਹਾਰਾਜ ਸਮਝਾਉਂਦੇ ਨੇ ਕੀਰਤਨ ਕਿਹੜਾ ਕਰਨਾ ਹੈ। ਓਅੰਕਾਰ ਏਕ ਧੁਨ ਏਕੋ, ਏਕੋ ਰਾਗ ਅਲਾਪੈ, ਏਕਾ ਦੇਸੀ ਏਕ ਦਿਖਾਵੈ, ਏਕੋ ਰਿਹਾ ਵਿਆਪੈ, ਏਕਾ ਸੁਰਤ ਏਕ ਹੀ ਸੇਵਾ, ਏਕੋ ਗੁਰ ਤੇ ਜਾਪੈ। ਪਲੋ ਪਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ। ਪਹਿਲਾਂ ਰਾਮ ਨੂੰ ਰਮਣਾ ਹੈ, ਜਾਣਨਾ ਹੈ, ਫਿਰ ਰਾਮ ਦੇ ਗੁਣ ਗਾਉਣੇ ਨੇ। ਛੋੜ ਮਾਇਆ ਕੇ ਤੰਦ ਸੋ। ਮਾਇਆ ਦੇ ਵਾਸਤੇ ਨਹੀਂ, ਕੋਈ ਮਨੋਰਥ ਮਾਇਆ ਨਹੀਂ ਹੋਣਾ ਚਾਹੀਦਾ। ਪ੍ਰਭੂ ਦੇ ਸਿਫਤ ਸਲਾਹ ਕਰਨੀ ਹੈ, ਉਸ ਨੂੰ ਰਮਣਾ ਹੈ, ਫਿਰ ਉਸ ਦੇ ਗੁਣ ਗਾਉਣੇ ਨੇ। ਗਿਆਨ ਵੀ ਕਿਹੜਾ ਦੇਣਾ? ਇੱਕੋ ਓਅੰਕਾਰ ਧੁਨ ਦਾ। ਇੱਕ ਹੀ ਸੁਰਤੀ ਹੈ, ਇੱਕ ਹੀ ਸੇਵਾ ਹੈ, ਉਸੇ ਦਾ ਗੁਰ ਦੇਣਾ ਹੈ, ਗਿਆਨ ਦੇਣਾ ਹੈ। ਓਅੰਕਾਰ ਏਕ ਧੁਨ ਏਕੋ, ਏਕੋ ਰਾਗ ਅਲਾਪੈ, ਏਕਾ ਦੇਸੀ ਏਕ ਦਿਖਾਵੈ, ਏਕੋ ਰਿਹਾ ਵਿਆਪੈ, ਏਕਾ ਸੁਰਤ ਏਕ ਹੀ ਸੇਵਾ, ਏਕੋ ਗੁਰ ਤੇ ਜਾਪੈ। ਸੋ ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਇੱਥੇ ਕੀ ਹੈ ਕਿ ਨਿਰਤ ਕਰਦੇ ਨੇ, ਨੱਚਦੇ ਨੇ, ਬਾਜੇ ਵਜਾਉਂਦੇ ਨੇ। ਇਹ ਮਨ ਅੰਧਾ ਬੋਲਾ ਹੈ, ਕਿਸ ਆਖ ਸੁਣਾਏ। ਕਹਿੰਦੇ ਕਿਹਨੂੰ ਆਖ ਕੇ ਸੁਣਾਉਂਦੇ ਨੇ? ਮਨ ਤਾਂ ਅੰਧਾ ਹੈ, ਬੋਲਾ ਹੈ, ਇਸ ਨੂੰ ਤਾਂ ਸੁਣਦਾ ਹੀ ਨਹੀਂ, ਇਸ ਨੂੰ ਤਾਂ ਦਿਖਦਾ ਵੀ ਨਹੀਂ ਹੈ। ਕਿਹਨੂੰ ਅਸੀਂ ਗਾ ਕੇ ਸੁਣਾਉਂਦੇ ਹਾਂ? ਕਿਉਂਕਿ ਜਦੋਂ ਗੁਰ ਦੇ ਗਿਆਨ ਦੁਆਰਾ ਮਨ ਜਾਗਦਾ ਹੈ, ਜਦੋਂ ਜਾਗੇਗਾ, ਸੁੱਤੇ ਪਏ ਆਪਾਂ ਵੀ ਨਹੀਂ ਕੁਛ ਦੇਖਦੇ। ਜਦੋਂ ਜਾਗਦਾ ਹੈ ਮਨ, ਫਿਰ ਦੇਖਦਾ ਹੈ, ਫਿਰ ਸੁਣਦਾ ਹੈ। ਜਦ ਤੱਕ ਮਨ ਜਾਗਿਆ ਹੀ ਨਹੀਂ, ਕਿਹਨੂੰ ਸੁਣਾਉਂਦੇ ਨੇ? ਕੌਣ ਨੱਚਦਾ ਹੈ? ਇਸ ਕਰਕੇ ਉਹਨਾਂ ਦਾ ਬਿਰਥ ਹੈ। ਅੰਤਰ ਲੋਭ ਭਰਮ ਅਨਲ ਵਾਓ। ਕਹਿੰਦੇ ਅੰਦਰ ਤਾਂ ਲੋਭ ਹੈ, ਭਰਮ ਹੈ, ਮਾਇਆ ਦੇ ਵਿੱਚ ਸਿਰਫ ਸ਼ਬਦ ਤੱਕ ਪਾਉਣ ਤੱਕ ਸੀਮਤ ਨੇ। ਕਿਉਂਕਿ ਅੱਗੇ ਜੋ ਮਨ ਦੇ ਵਿੱਚ ਹੋਣਾ ਉਹ ਉਪਜਦਾ ਹੈ। ਮੂੰਹ ਦਾ ਕਿਹਾ ਕੀ ਹੁੰਦਾ? ਵਾਓ। ਜੋ ਜੀ ਹੋਏ ਸੋ ਗਵੈ, ਮੂੰਹ ਕਾ ਕਹਿਆ ਪਾਓ। ਇਸ ਕਰਕੇ ਜੀਵਨ ਦੇ ਅੰਦਰ ਭਰਮ ਹੈ। ਉਹ ਕਿਸ ਨੂੰ ਆ ਕੇ ਸੁਣਾਉਂਦੇ ਨੇ? ਮਨ ਤਾਂ ਸੁੱਤਾ ਹੈ, ਅੰਧਾ ਹੈ, ਬੋਲਾ ਹੈ, ਸਿਰਫ ਮਾਇਆ ਵਾਸਤੇ ਗਾਉਂਦੇ ਨੇ। ਦੀਵਾ ਬਲੇ ਨਾ ਸੋਝੀ ਪਾਏ। ਜਦ ਤੱਕ ਦੀਵਾ ਨਹੀਂ ਬਲਦਾ, ਅੰਦਰ ਜੋਤ ਨਹੀਂ ਜਗਦੀ, ਮਨ ਜਾਗਦਾ ਨਹੀਂ, ਚਾਨਣ ਨਹੀਂ ਹੁੰਦਾ, ਸਾਨੂੰ ਸੋਝੀ ਪ੍ਰਾਪਤ ਨਹੀਂ ਹੋਣੀ। ਜਿੰਨਾ ਮਰਜ਼ੀ ਗਾਈ ਜਾਈਏ, ਜਿੰਨਾ ਮਰਜ਼ੀ ਪੜ੍ਹੀ ਜਾਈਏ, ਕਿਉਂਕਿ ਅਸੀਂ ਤ੍ਰੈ ਗੁਣਾਂ ਦੇ ਵਿੱਚ ਹੀ ਪੜ੍ਹਦੇ ਹਾਂ। ਤਨ ਹੀ ਪੜ੍ਹ ਰਿਹਾ ਹੈ, ਪੰਜ ਹੀ ਬੈਠੇ ਪੜ੍ਹ ਰਹੇ ਨੇ। ਪੂਜਾ ਅੰਦਰ ਕਰਨੀ ਸੀ, ਪੜ੍ਹ ਬਾਹਰ ਰਿਹਾ। ਮਹਾਰਾਜ ਸਮਝਾਉਂਦੇ ਨੇ, ਅੰਤਰ ਪੂਜਾ ਪੜ੍ਹੇ ਕਤੇਬਾਂ, ਸੰਜਮ ਤੁਰਕਾਂ ਪਾਈ। ਉਹ ਵੀ ਕਿਹਨਾਂ ਦਾ ਸੰਗ ਕਰਕੇ? ਇਹ ਤੁਰਕ ਪੰਜਾਂ ਦੇ ਨਾਲ, ਕਾਮ, ਕ੍ਰੋਧ, ਲੋਭ, ਹੰਕਾਰ ਨਾਲ ਬੈਠੇ ਨੇ। ਫਿਰ ਪੜ੍ਹਦਾ ਹੈ।
ਛੋਡੀ ਲੈ ਪਖੰਡਾ। ਸਮਝਾਉਂਦੇ ਨੇ ਕਿ ਪਖੰਡ ਛੱਡ ਦਿਓ, ਨਾਮ ਲਈਏ ਜਾਏ ਨਾ ਲਈਏ ਜਾਏ ਤਰੰਦਾ, ਕਿਉਂਕਿ ਨਾਮ ਦਾ ਪ੍ਰਾਪਤੀ ਕਰਨੀ ਹੈ, ਫਿਰ ਹੀ ਤਰ ਸਕਦੇ ਹਾਂ। ਗੁਰ ਦਾ ਗਿਆਨ ਲਵਾਂਗੇ ਤਰਾਂਗੇ, ਜੇ ਉਹ ਗਿਆਨ ਹੀ ਨਹੀਂ ਜਿੰਨਾ ਮਰਜ਼ੀ ਗਾਈ ਜਾਈਏ ਬਿਅਰਥ ਹੈ। ਜਦ ਤੱਕ ਸਾਡੀ ਜੋਤ ਪ੍ਰਗਟ ਨਹੀਂ ਹੁੰਦੀ ਸਾਨੂੰ ਇਹ ਸੋਝੀ ਹੀ ਨਹੀਂ ਹੋਣੀ, ਗਿਆਨ ਹੀ ਪ੍ਰਾਪਤ ਨਹੀਂ ਹੋਣਾ। ਗੁਰਮੁਖ ਨਿਰਤ ਹਰ ਲਾਗੇ ਪਾਓ। ਗੁਰਮੁਖ ਕਿਹੜਾ ਨਾਚ ਕਰਦਾ? ਹਰੀ ਦੇ ਨਾਲ ਪਿਆਰ ਪਾਉਂਦਾ ਹੈ। ਪੂਰੇ ਤਾਲ ਵਿੱਚੋਂ ਆਪ ਗਵਾਏ, ਤੇ ਤਾਲ ਕਿਹੜਾ ਪੂਰਦਾ ਹੈ? ਆਪਾ ਗਵਾ ਦਿੰਦਾ ਹੈ, ਪ੍ਰਭੂ ਦੇ ਵਿੱਚ ਇੱਕ ਰੂਪ ਹੋ ਜਾਂਦਾ ਹੈ। ਇਹ ਤਾਲ ਹੈ ਪੂਰਨਾ। ਕੋਈ ਸੰਸਾਰੀ ਬਾਜੇ ਨਹੀਂ ਵਜਾਉਂਦਾ ਗੁਰਮੁਖ। ਗੁਰਮੁਖ ਹੈ ਨਿਰਤ ਕਿਹੜਾ ਕਰਦਾ? ਹਰੀ ਨਾਲ ਪਿਆਰ ਕਰਦਾ ਹੈ, ਆਪਾ ਗਵਾ ਦਿੰਦਾ ਹੈ, ਕਿਉਂਕਿ ਆਪਾ ਗਵਾਉਣ ਦੇ ਨਾਲ ਹੀ ਪ੍ਰਭੂ ਪਾਇਆ ਜਾਂਦਾ ਹੈ। ਮੇਰਾ ਪ੍ਰਭ ਸਾਚਾ ਆਪੇ ਜਾਣ। ਫਿਰ ਜਦੋਂ ਆਪਾ ਖਤਮ ਹੋ ਜਾਂਦਾ ਹੈ, ਪਿਆਰ ਕਰਦੇ ਹਾਂ, ਪ੍ਰਭੂ ਜਾਣਦਾ ਹੈ। ਉਹ ਸਾਨੂੰ ਆਪ ਪ੍ਰਗਟ ਹੋ ਕੇ ਆਪਾ ਜਨਾ ਦਿੰਦਾ ਹੈ। ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਣ। ਗੁਰ ਦੇ ਸ਼ਬਦ ਦੁਆਰਾ ਅੰਦਰ ਬ੍ਰਹਮ ਦੀ ਪਹਿਚਾਣ ਕਰਵਾ ਦਿੰਦਾ ਆਪ। ਜਿਹੜੇ ਗੁਰਮੁਖ ਨੇ ਉਹ ਫਿਰ ਉਸ ਦੀ ਗੁਰਮੁਖਾਂ ਨੂੰ ਆਪਣੀ ਪਹਿਚਾਣ ਆਪ ਕਰਾਉਂਦਾ ਹੈ, ਕਿਉਂਕਿ ਗੁਰਮੁਖ ਆਪ ਕਰਦਾ ਹੈ ਪ੍ਰਭੂ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਓ ਲਿਵ ਲਾਏ। ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ। ਜਿਹੜੇ ਗੁਰਮੁਖ ਭਗਤੀ ਕਰਦੇ ਨੇ ਉਹ ਅੰਦਰ ਪ੍ਰੀਤ ਕਰਦੇ ਨੇ, ਪ੍ਰਭੂ ਨਾਲ ਪਿਆਰ ਕਰਦੇ ਨੇ। ਉਹ ਕੋਈ ਗਾ ਕੇ ਨਹੀਂ ਸੁਣਾਉਂਦੇ, ਦਿਖਾਵਾ ਨਹੀਂ ਕਰਦੇ, ਭੇਖ ਨਹੀਂ ਕਰਦੇ, ਕਿਉਂਕਿ ਪ੍ਰਭੂ ਦੀ ਸੇਵਾ ਕੀ ਹੈ? ਪ੍ਰਭੂ ਦੇ ਨਾਲ ਪ੍ਰੇਮ ਭਗਤੀ। ਪ੍ਰੇਮਾ ਕਿਵੇਂ ਪੈਂਦਾ ਹੈ? ਪ੍ਰੇਮ ਦੇਖ ਦੇਖ ਕੇ, ਧਿਆ ਧਿਆ ਕੇ। ਗੁਰ ਕਾ ਸ਼ਬਦ ਸਹਿਜ ਵਿਚਾਰ। ਤੇ ਫਿਰ ਗੁਰ ਦੇ ਸ਼ਬਦ ਦੀ ਸਹਿਜ ਵਿੱਚ ਚੌਥੇ ਪਦ ਵਿੱਚ ਜਾ ਕੇ ਵਿਚਾਰ ਕਰਦੇ ਨੇ। ਸੱਚੇ ਘਰ ਵਿੱਚ ਇਸੋ ਲਗਾਉਂਦੇ ਨੇ। ਗੁਰਮੁਖ ਭਗਤ ਜੁਗਤ ਸੱਚ ਸੋਏ। ਜਿਹੜਾ ਗੁਰਮੁਖ ਹੈ ਉਹ ਭਗਤੀ ਦੀ ਜੁਗਤ ਦਿੰਦਾ ਹੈ, ਕਿਉਂਕਿ ਉਸਦੇ ਕੋਲ ਉਹ ਜੁਗਤ ਹੈ। ਆਪ ਮਾਲਕ ਨੇ ਉਸ ਨੂੰ ਬਖਸ਼ਿਸ਼ ਕੀਤਾ ਹੈ ਖਜ਼ਾਨਾ, ਜਾਂ ਗੁਰਮੁਖਾਂ ਦੁਆਰਾ ਆਪ ਮਾਲਕ ਭਗਤੀ ਦੀ ਜੁਗਤ ਆਪ ਦਿੰਦਾ ਹੈ। ਪਖੰਡ ਭਗਤ ਨਿਰਤ ਦੁੱਖ ਹੋਏ। ਜਿਹੜਾ ਪਖੰਡ ਕਰਦੇ ਨੇ ਭਗਤ, ਬਾਹਰੀ ਦਿਖਾਵਾ ਕਰਦੇ ਨੇ, ਨੱਚਦੇ ਨੇ, ਬਾਜੇ ਵਜਾਉਂਦੇ ਨੇ, ਮਰ ਸਮਝਾਉਂਦੇ ਨੇ, ਐਸੇ ਫਿਰ ਸਦਾ ਦੁੱਖ ਹੀ ਪਾਉਂਦੇ ਨੇ। ਪਖੰਡ ਭਗਤ ਨਿਰਤ ਦੁੱਖ ਹੋਏ। ਦੁੱਖ ਹੀ ਪ੍ਰਾਪਤ ਹੋਏਗਾ, ਜਨਮ ਮਰਨ ਦੇ ਵਿੱਚ ਹੀ ਜਾਏਗਾ, ਕਿਉਂਕਿ ਪ੍ਰਭੂ ਨੂੰ ਲੋਕ ਦਿਖਾਵਾ ਨਹੀਂ ਹੈ। ਇੱਥੇ ਪ੍ਰਭੂ ਜਾਣਦਾ ਹੈ ਆਪ। ਜਿਹੜੇ ਉਸ ਨੂੰ ਪਿਆਰ ਕਰਦੇ ਨੇ, ਜਿਨ੍ਹਾਂ ਦੇ ਅੰਦਰ ਪਿਆਰ ਹੈ, ਜੋ ਸਾਡੇ ਮਨ ਵਿੱਚ ਹੈ, ਉਹੀ ਅੱਗੇ ਪ੍ਰਗਟ ਹੋਣਾ ਹੈ। ਮੂੰਹੋਂ ਅਸੀਂ ਕੁਛ ਵੀ ਕਹੀ ਜਾਈਏ, ਕਹਿਣ ਨਾਲ ਨਹੀਂ। ਜੋ ਸਾਡੇ ਮਨ ਦੇ ਵਿੱਚ ਚੱਲਦਾ ਹੈ ਵਿਚਾਰ, ਜੋ ਸਾਡੀ ਇੱਛਾ ਹੈ, ਅਸੀਂ ਕੀ ਲੋਚਦੇ ਹਾਂ, ਕੀ ਪ੍ਰਭੂ ਤੋਂ ਮੰਗਦੇ ਹਾਂ, ਕਿਉਂਕਿ ਅਸੀਂ ਫੁਰਨਾ ਲਿਆ ਤੇ ਉਸ ਤੱਕ ਪਹੁੰਚ ਜਾਂਦਾ ਹੈ। ਇਸ ਕਰਕੇ ਜੋ ਸਾਡੇ ਅੰਦਰ ਹੈ ਉਹ ਪ੍ਰਭੂ ਜਾਣਦਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਇਹਾ ਭਗਤ ਜਨ ਜੀਵਤ ਮਰੈ। ਭਗਤ ਹੈ ਜਿਹੜਾ ਜਨ ਜੀਵਤ ਮਰਦਾ ਹੈ, ਆਪਾ ਗਵਾਉਂਦਾ ਹੈ, ਪੂਰਾ ਤਾਲ ਪੂਰਦਾ ਹੈ। ਮਨ ਗੁਰ ਦੇ ਗਿਆਨ ਦੁਆਰਾ ਜਦੋਂ ਪ੍ਰਕਾਸ਼ ਹੋ ਜਾਂਦਾ, ਉਸ ਨੂੰ ਕਹਿੰਦੇ ਜੀਵਤ ਮਰਨਾ। ਗੁਰ ਪ੍ਰਸਾਦੀ ਆਪੋ ਚੀਨੈ, ਜੀਵਤਿ ਇਵ ਮਰੀਐ। ਹੋਰ ਵੀ ਬਹੁਤ ਸਾਰੇ ਸ਼ਬਦ ਨੇ। ਗੁਰ ਪ੍ਰਸਾਦੀ ਭਵਜਲ ਤਰੈ। ਗੁਰ ਦੀ ਕਿਰਪਾ ਨਾਲ ਭਵਜਲ ਤਰ ਜਾਂਦਾ, ਆਪਾ ਖਤਮ ਹੋ ਜਾਂਦਾ ਹੈ, ਜੀਵਤ ਮਰਦਾ ਹੈ। ਗੁਰ ਕੈ ਬਚਨ ਭਗਤ ਥਾਂ ਪਾਏ। ਫਿਰ ਗੁਰ ਦੇ ਬਚਨ ਦੁਆਰਾ ਭਗਤੀ ਥਾਂ ਪੈਂਦੀ ਹੈ। ਜਦ ਤੱਕ ਆਪਣੀ ਮੱਤ ਨਾਲ ਭਗਤੀ ਕਰਦੇ ਥਾਂ ਨਹੀਂ। ਜਦੋਂ ਅਸੀਂ ਗੁਰ ਦਾ ਗਿਆਨ ਲੈਂਦੇ, ਗੁਰ ਦਾ ਬਚਨ ਲੈ ਕੇ ਇੱਕ ਦ੍ਰਿਸ਼ਟ ਹੋ ਕੇ ਫਿਰ ਅਸੀਂ ਧਿਆਉਂਦੇ ਹਾਂ, ਫਿਰ ਸਾਡੀ ਭਗਤੀ ਥਾਂ ਪੈਂਦੀ ਹੈ। ਜੇਕਰ ਅਸੀਂ ਖੁਦ ਆਪਣੀ ਮੱਤ ਦੁਆਰਾ ਭਗਤੀ ਕਰਦੇ ਹਾਂ,
ਥਾਂ ਨਹੀਂ ਪੈਂਦੀ, ਕਿਉਂਕਿ ਪ੍ਰਭੂ ਨੇ ਇੱਕ ਵਿਧ ਬਣਾਈ ਹੈ। ਜਿਵੇਂ ਸੰਸਾਰ ਦੇ ਵਿੱਚ ਕੁਛ ਵੀ ਕਰਨਾ ਹੋਵੇ ਉਸ ਦਾ ਇੱਕ ਸਿਸਟਮ ਬਣਿਆ ਹੁੰਦਾ ਹੈ, ਇੱਕ ਕਾਇਦਾ ਕਾਨੂੰਨ ਹੁੰਦਾ ਹੈ। ਇੱਦਾਂ ਹੀ ਪ੍ਰਭੂ ਨੇ ਭਗਤੀ ਦੇ ਵਾਸਤੇ ਇੱਕ ਕਾਇਦੇ ਕਾਨੂੰਨ ਬਣਾਏ ਨੇ ਕਿ ਸਤਿਗੁਰ ਤੋਂ ਬਿਨਾਂ ਨਾਮ ਨਹੀਂ ਮਿਲਦਾ, ਗੁਰ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਤੇ ਸਾਨੂੰ ਮੁਕਤੀ ਨਹੀਂ ਮਿਲਦੀ। ਹਰ ਜੀਉ ਆਪ ਵਸੈ ਮਨ ਆਏ। ਜੇ ਅਸੀਂ ਗੁਰ ਦਾ ਬਚਨ ਲੈ ਕੇ ਭਗਤੀ ਕਰਦੇ ਹਾਂ ਫਿਰ ਥਾਂ ਪੈਂਦੀ ਹੈ, ਫਿਰ ਆਪ ਹਰੀ ਆ ਕੇ ਸਾਡੇ ਮਨ ਦੇ ਵਿੱਚ ਵਸ ਜਾਂਦਾ ਹੈ। ਹਰ ਕਿਰਪਾ ਕਰੇ ਸਤਿਗੁਰੂ ਮਿਲਾਏ। ਹਰੀ ਜਦੋਂ ਕਿਰਪਾ ਕਰਦਾ ਹੈ ਫਿਰ ਸਾਨੂੰ ਸਤਿਗੁਰੂ ਦਾ ਮਿਲਾਪ ਕਰਾਉਂਦਾ ਹੈ, ਸੱਚੇ ਗੁਰ ਦਾ ਮਿਲਾਪ ਕਰਾਉਂਦਾ ਹੈ। ਜਿਨ੍ਹਾਂ ਦੇ ਅੰਦਰ ਆ ਵਸਿਆ ਹੈ ਉਹਨਾਂ ਦਾ ਸੰਤ ਜਨਾਂ ਦਾ ਮਿਲਾਪ ਕਰਵਾਉਂਦਾ ਹੈ। ਨਿਸ਼ਚਲ ਭਗਤ ਹਰ ਸਿਉ ਚਿਤ ਲਾਏ। ਫਿਰ ਉੱਥੇ ਸਾਨੂੰ ਹਰੀ ਦੇ ਨਾਲ ਚਿੱਤ ਜੋੜਨ ਦਾ ਤਰੀਕਾ ਮਿਲਦਾ। ਜਦੋਂ ਸਾਡਾ ਹਰੀ ਦੇ ਨਾਲ ਚਿੱਤ ਜੁੜ ਜਾਂਦਾ ਹੈ, ਇਹ ਭਗਤੀ ਫਿਰ ਨਿਸ਼ਚਲ ਹੈ। ਇਹ ਫਿਰ ਸਦਾ ਅਸੀਂ ਭਗਤੀ ਕਰਦੇ ਹਾਂ। ਇਹ ਅਚਲ ਭਗਤੀ ਹੈ। ਜਿਨ੍ਹਾਂ ਨੇ ਇੱਕ ਵਾਰੀ ਮਨ 'ਚ ਵਸਾ ਲਿਆ, ਗੁਰ ਦੇ ਗਿਆਨ ਨੂੰ ਚਿੱਤ ਜੁੜ ਗਿਆ ਮਾਲਕ ਦੇ ਨਾਲ, ਫਿਰ ਸਾਡੀ ਭਗਤੀ ਨਿਸ਼ਚਲ ਹੈ। ਕਿਉਂਕਿ ਅੱਖਾਂ ਵੇਲੀਆਂ ਨੇ ਅਤੇ ਸਾਹਮਣੋਂ ਕੋਈ ਦੂਜਾ ਇੱਥੇ ਹੈ ਹੀ ਨਹੀਂ ਹੈ। ਇਸ ਕਰਕੇ ਨਾਮ 'ਚ ਮਨ ਰਤਿਆ ਹੈ, ਸਦਾ ਤਪ ਹੋ ਰਿਹਾ ਹੈ। ਨਾਮ ਰਤੇ ਸਦਾ ਤਪ ਹੋਏ, ਸਦਾ ਭਗਤੀ ਹੈ। ਭਗਤ ਰਤੇ ਤਿੰਨ ਸੱਚੀ ਸੋਏ। ਜਿਹੜੇ ਭਗਤੀ 'ਚ ਰਤੇ ਨੇ, ਪ੍ਰਭੂ ਦੇ ਭਗਤ ਨੇ, ਉਹਨਾਂ ਦੇ ਮਨ ਵਿੱਚ ਸੱਚਾ ਵਸਿਆ ਹੈ। ਉਹਨਾਂ ਵੱਲੋਂ ਦਿੱਤਾ ਗਿਆਨ ਸੱਚਾ ਹੈ, ਉਹਨਾਂ ਦਾ ਮੁਖ ਵੀ ਸੱਚਾ ਹੈ, ਉਹਨਾਂ ਦੀ ਰਸਨਾ ਵੀ ਸੱਚੀ ਹੈ, ਉਹਨਾਂ ਦਾ ਹੱਥ ਵੀ ਸੱਚੇ ਨੇ। ਮੈਂ ਸਮਝਾਉਂਦਾ, ਜਦੋਂ ਸੱਚ ਨਾਲ ਪਿਆਰ ਪੈ ਜਾਂਦਾ ਹੈ। ਰਾਗਾਂ ਵਿੱਚ ਸ੍ਰੀ ਰਾਗ ਹੈ, ਜੇ ਸੱਚ ਤਰੇ ਪਿਆਰ। ਜੇਬਾ ਸੱਚੀ ਮਨ ਸੱਚਾ, ਸੱਚਾ ਸਰੀਰ ਆਕਾਰ। ਸੱਚਾ ਸਤਿਗੁਰ ਸੇਵੀਐ, ਸਦਾ ਸੱਚ ਵਪਾਰ। ਫਿਰ ਸਦਾ ਸੱਚ ਦਾ ਵਪਾਰ ਹੈ। ਨਾਨਕ ਨਾਮ ਰਤੇ ਸੁਖ ਹੋਏ। ਇਸ ਕਰਕੇ ਸਤਿਗੁਰ ਸਮਝਾਉਂਦੇ ਨੇ ਵੀ ਨਾਮ 'ਚ ਰਤਿਆ ਹੀ ਸੁਖ ਪ੍ਰਾਪਤ ਹੁੰਦਾ ਹੈ। ਜਿਹੜਾ ਆਪ ਸੁਖੀ ਹੈ, ਦੂਜਿਆਂ ਨੂੰ ਗਿਆਨ ਦੇ ਕੇ ਕਿ ਕਿਵੇਂ ਆਪਾਂ ਨਾਮ ਨੂੰ ਧਿਆਉਣਾ ਹੈ, ਕਿਵੇਂ ਨਾਮ ਸਮਾਉਣਾ ਹੈ। ਜਦੋਂ ਮੁੱਖ ਪ੍ਰਕਾਸ਼ ਹੋ ਜਾਂਦਾ, ਸਾਡਾ ਚੱਕਰ ਚੇਨ ਖਤਮ ਹੋ ਜਾਂਦਾ ਹੈ, ਫਿਰ ਜਾ ਕੇ ਮਨ ਜੋਤ ਜੋਤ 'ਚ ਮਿਲ ਜਾਂਦੀ ਹੈ। ਉਸ ਨੂੰ ਕਹਿੰਦੇ ਨੇ ਨਾਮ ਦੇ ਵਿੱਚ ਸਮਾਉਣਾ। ਆਪਾਂ ਚੱਕਰ ਚੇਨ ਖਤਮ ਹੋ ਜਾਂਦਾ, ਆਪਾਂ ਗਵਾਹ ਹੋ ਜਾਂਦਾ ਹੈ ਅਤੇ ਸਾਡਾ ਮੁੱਖ ਪ੍ਰਕਾਸ਼ ਹੋ ਜਾਂਦਾ ਹੈ। ਅਸੀਂ ਇੱਕ ਰੂਪ ਹੋ ਜਾਂਦੇ ਹਾਂ। ਆਓ ਹੁਣ ਆਪਾਂ ਅਭਿਆਸ ਕਰ ਲਈਏ, ਕਿਉਂਕਿ ਜੇ ਸ਼ਬਦ ਸ਼ੁਰੂ ਕਰ ਲਿਆ ਫਿਰ ਆਪਾਂ ਲੇਟ ਹੋ ਜਾਂਦੇ ਹਾਂ। ਅਭਿਆਸ ਦੇ ਵਿੱਚ ਥੋੜ੍ਹਾ ਸਮਾਂ ਰਹਿ ਜਾਂਦਾ ਹੈ। ਸੋ ਪਿਆਰਿਓ, ਨਾਲ ਨਾਲ ਆਪਾਂ ਸਮਝ ਕੇ ਧਿਆਉਣਾ ਹੈ। ਗੁਰ ਦੇ ਸ਼ਬਦ ਦੁਆਰਾ ਆਪਾਂ ਕਰਾਂਗੇ, ਫਿਰ ਹੀ ਸਾਡਾ ਕੀਤਾ ਥਾਂ ਪੈਂਦਾ ਹੈ। ਕਿਵੇਂ ਕਰਨਾ ਹੈ ਇਹ ਸਮਝਣਾ ਆਪਾਂ ਨੇ, ਕਿਉਂਕਿ ਧਿਆਨ ਮਾਰਗ ਹੈ। ਪ੍ਰਭੂ ਨੇੜੇ ਵਸਦਾ ਹੈ। ਜੋ ਅਸੀਂ ਮਾਰਗ ਭੁੱਲੇ ਹਾਂ, ਕਿਉਂਕਿ ਅਸੀਂ ਕੁਮਾਰਗ 'ਤੇ ਚੱਲਦੇ ਹਾਂ, ਆਪਣਾ ਮਾਰਗ ਭੁੱਲ ਚੁੱਕੇ ਹਾਂ। ਮਨ ਸਾਡਾ ਸਤਿਗੁਰਾਂ ਨੇ ਸਮਝਾਇਆ ਹੈ ਕਿ ਜੋਤ ਸਰੂਪ ਹੈ ਅਤੇ ਜੋਤ ਨੇਤਰਾਂ ਦੇ ਵਿੱਚ ਹੈ। ਇਸ ਕਰਕੇ ਨੇਤਰਾਂ ਦੁਆਰਾ ਆਪਾਂ ਹਰੀ ਨੂੰ ਦੇਖਣਾ ਹੈ। ਪਰ ਨੇਤਰ ਦੋ ਹੋ ਚੁੱਕੇ ਨੇ। ਜਦ ਤੱਕ ਇੱਕ ਦ੍ਰਿਸ਼ਟ ਨਹੀਂ ਹੁੰਦੇ ਅਸੀਂ ਦੇਖ ਨਹੀਂ ਸਕਦੇ। ਦੋ ਨੇ, ਕਿਉਂਕਿ ਦੋ ਨੇਤਰ ਨੇ, ਦੋ ਜੋਤਾਂ ਨੇ। ਪਰਮੇਸ਼ਰ ਇੱਕ ਜੋਤ ਹੈ, ਸਾਡੀ ਦੋ ਜੋਤਾਂ ਹੋ ਚੁੱਕੀਆਂ ਨੇ। ਅਤੇ ਜਦ ਤੱਕ ਇੱਕ ਨਹੀਂ ਹੁੰਦੇ, ਜਦ ਤੱਕ ਆਪਾਂ ਦੇਖ ਨਹੀਂ ਸਕਦੇ। ਮਹਾਰਾਜ ਸਮਝਾਉਂਦੇ ਨੇ, ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬੀਓ ਬੀਜ ਪਤ ਲੈ ਗਏ, ਅਬ ਕਿਉ ਉਗਵੈ ਦਾਲ।
ਕਿ ਕਲਯੁਗ ਦੀ ਕਾਲਖ ਹੈ ਤੇ ਹੁਣ ਮਨ ਜਿਹੜਾ ਹੈ ਦੋ ਜੋਤਾਂ 'ਚ ਹੋ ਗਿਆ। ਜਿਵੇਂ ਕੋਈ ਦਾਣਾ ਹੈ, ਦੋ ਹੋ ਜਾਣ ਨਹੀਂ ਉੱਗਦਾ, ਪੱਤ ਲੈ ਜਾਂਦਾ ਹੈ, ਉੱਗੇਗਾ ਨਹੀਂ। ਇੱਦਾਂ ਹੀ ਜੇ ਇੱਕ ਹੋਏਗਾ ਫਿਰ ਉੱਗੇਗਾ। ਇੱਦਾਂ ਅਸੀਂ ਪਹਿਲਾਂ ਗੁਰ ਦਾ ਗਿਆਨ ਲੈ ਕੇ ਨਾਮ ਨੂੰ ਬੀਜਣਾ ਹੈ, ਇੱਕ ਦ੍ਰਿਸ਼ਟ ਹੋਣਾ ਹੈ, ਫਿਰ ਜਾ ਕੇ ਸਾਨੂੰ ਪ੍ਰਭੂ ਦੀ ਭਗਤੀ ਸ਼ੁਰੂ ਹੁੰਦੀ ਹੈ। ਆਓ ਆਪਾਂ ਕਿਵੇਂ ਸਮਝਣਾ ਹੈ, ਸਾਨੂੰ ਕਿਵੇਂ ਪਤਾ ਚੱਲੇ ਕਿ ਅਸੀਂ ਇੱਕ ਦ੍ਰਿਸ਼ਟ ਹਾਂ, ਇੱਕ ਜੋਤ ਹਾਂ ਕਿ ਦੋ ਦ੍ਰਿਸ਼ਟੀ ਦੇ ਵਿੱਚ ਹਾਂ। ਉਸ ਨੂੰ ਸਮਝਣ ਦੇ ਵਾਸਤੇ ਆਪਾਂ ਕੀ ਕਰਨਾ ਹੁੰਦਾ ਕਿ ਆਪਣੀ ਦ੍ਰਿਸ਼ਟੀ ਨੂੰ ਇਸ ਪੁਆਇੰਟ 'ਤੇ ਫੋਕਸ ਕਰਨਾ ਹੈ, ਇੱਥੇ ਦੇਖਣਾ ਹੈ, ਦੋਨਾਂ ਨੇਤਰਾਂ ਨੂੰ ਇੱਕ ਪੁਆਇੰਟ 'ਤੇ। ਕਿਉਂਕਿ ਹੁਣ ਜਿਹੜਾ ਸਾਡਾ ਧਿਆਨ ਇੱਦਾਂ ਆਪਾਂ ਸਿੱਧਾ ਚੱਲਦੇ ਹਾਂ, ਲੇਕਿਨ ਇਹ ਛੱਡ ਕੇ ਆਪਾਂ ਕਿੱਧਰ ਨੂੰ ਚੱਲਣਾ ਹੈ, ਇਸ ਪਾਸੇ ਨੂੰ, ਤੀਰ ਦੀ ਤਰ੍ਹਾਂ, ਦੋਨਾਂ ਨੂੰ ਇੱਕ ਇਸ ਪੁਆਇੰਟ 'ਤੇ ਦੇਖਣਾ ਹੈ। ਜੇਕਰ ਇੱਥੇ ਦੇਖਣ ਨਾਲ ਨੱਕ ਨਜ਼ਰ ਆਉਂਦਾ, ਸਾਨੂੰ ਨੱਕ ਦਿਸਦਾ ਹੈ, ਫਿਰ ਆਪਣੀ ਦ੍ਰਿਸ਼ਟੀ ਦੋ ਹੈ, ਦੋ ਨੇਤਰਾਂ ਦੀ ਵੱਖਰੀ ਵੱਖਰੀ ਦ੍ਰਿਸ਼ਟੀ ਹੈ, ਇੱਕ ਨਹੀਂ ਹੋਏ। ਜੇ ਨੱਕ ਨਹੀਂ ਦਿਸਦਾ ਫਿਰ ਇੱਕ ਦ੍ਰਿਸ਼ਟ ਹਾਂ। ਕਿਉਂਕਿ ਜਦੋਂ ਇਹ ਸੱਜਾ ਨੇਤਰ ਇਹ 'ਚ ਸਮਾ ਜਾਂਦਾ ਹੈ, ਉਦੋਂ ਸਾਨੂੰ ਆਪਣਾ ਨੱਕ ਨਜ਼ਰ ਨਹੀਂ ਆਉਂਦਾ। ਜਿੰਨੀ ਦੇਰ ਨੱਕ ਦਿਸਦਾ ਅਸੀਂ ਦੋ ਦ੍ਰਿਸ਼ਟੀ ਹਾਂ। ਪਰ ਇੱਥੇ ਇੱਕ ਚੀਜ਼ ਹੋਰ ਦੇਖਣੀ ਹੁੰਦੀ ਹੈ ਆਪਾਂ, ਜੇ ਨੱਕ ਦਿਸਦਾ ਫਿਰ ਆਪਾਂ ਇਹ ਦੇਖਣਾ ਹੁੰਦਾ ਵੀ ਕਿਸ ਪਾਸੇ ਤੋਂ ਦਿਸਦਾ ਹੈ। ਕਿਸੇ ਜੀਵ ਨੂੰ ਸੱਜੇ ਪਾਸੇ ਨਜ਼ਰ ਆਉਂਦਾ ਹੈ, ਸਾਰਾ ਨੱਕ ਇਸੇ ਪਾਸੇ ਨਜ਼ਰ ਆਉਂਦਾ ਹੈ, ਇਸ ਪਾਸੇ ਤਮੋ ਗੁਣ ਹੈ। ਕਿਸੇ ਨੂੰ ਇਸ ਪਾਸੇ ਨਜ਼ਰ ਆਉਂਦਾ, ਖੱਬੇ ਸਾਰਾ ਧਿਆਨ, ਇਸ ਪਾਸੇ ਰਜੋ ਗੁਣ ਹੈ। ਕਿਸੇ ਨੂੰ ਦੋਨੋਂ ਪਾਸੇ ਤੋਂ ਨਜ਼ਰ ਆਉਂਦਾ ਹੈ, ਸਤੋ ਗੁਣ ਹੈ। ਤ੍ਰੈ ਗੁਣਾਂ ਦੇ ਵਿੱਚ ਹੈ, ਲੇਕਿਨ ਇੱਕ ਦ੍ਰਿਸ਼ਟ ਹੋ ਗਿਆ, ਨੱਕ ਨਜ਼ਰ ਨਹੀਂ ਆਏਗਾ। ਜੇ ਨੱਕ ਨਜ਼ਰ ਵੀ ਨਹੀਂ ਆਉਂਦਾ, ਫਿਰ ਵੀ ਜੇ ਅਸੀਂ ਧਿਆਈ ਵੀ ਜਾਵਾਂਗੇ, ਜਦ ਤੱਕ ਗੁਰ ਨਹੀਂ ਲੈਂਦੇ ਮੁੱਖ ਉਜਲ ਨਹੀਂ ਹੁੰਦਾ। ਮੁੱਖ ਉਜਲ ਹੋਣਾ ਹੈ ਗੁਰ ਦੇ ਸ਼ਬਦ ਵਾਲਾ। ਇਸ ਕਰਕੇ ਸਮਝਣਾ ਹੈ, ਇੱਥੇ ਦ੍ਰਿਸ਼ਟੀ ਫੋਕਸ ਕਰਕੇ ਮੇਰੇ ਵੱਲ ਦੇਖ ਲਵੋ। ਜੇ ਕੋਈ ਨਵਾਂ ਜੀਵ ਹੈ, ਪਹਿਲਾਂ ਇਸ ਪੁਆਇੰਟ 'ਤੇ ਦ੍ਰਿਸ਼ਟੀ ਫੋਕਸ ਕਰਨੀ, ਆਪਣੇ ਆਪ ਨੂੰ ਦੇਖਣਾ ਹੈ। ਇਹ ਦੇਖਣਾ ਹੈ ਕਿ ਨੱਕ ਦਿਸਦਾ ਜਾਂ ਨਹੀਂ, ਜੇ ਦਿਸਦਾ ਹੈ ਕਿਸ ਪਾਸੇ ਤੋਂ ਦਿਸਦਾ ਹੈ, ਇਹਨਾਂ ਆਪਣੇ ਆਪ ਨੂੰ ਦੇਖਣਾ ਹੈ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ, ਆਪਾਂ ਸਾਹਮਣੇ ਦੇਖਣਾ ਹੈ। ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਆਪਾਂ ਪਲਕਾਂ ਉੱਤੇ ਚੁੱਕਦੇ ਹਾਂ, ਬਸ ਇੰਨਾ ਕਰਨਾ ਹੈ ਆਪਾਂ ਨੇ। ਇਹਨੂੰ ਕਹਿੰਦਾ ਹੁਕਮ ਮੰਨਣਾ। ਧਿਆਨ ਕਿੱਥੇ ਦੇਖਣਾ ਹੈ? ਨਿਰਾਕਾਰ 'ਚ। ਬੇਸ਼ੱਕ ਅੱਗੇ ਵੀ ਚੱਲੇਗਾ, ਕੋਈ ਗੱਲ ਨਹੀਂ ਹੁੰਦੀ, ਕਿਉਂਕਿ ਆਪਾਂ ਇੱਕ ਹੁਕਮ ਮੰਨਣਾ ਹੈ। ਜਦੋਂ ਕਹਾਂਗਾ ਸਾਹਮਣੇ ਸਾਹਮਣੇ, ਜਦੋਂ ਕਹਾਂ ਮਸਤਕ ਦੇ ਸਾਹਮਣੇ, ਪਲਕਾਂ ਉੱਤੇ ਚੁੱਕ ਦੇਣੀਆਂ ਨੇ। ਫਿਰ ਜਦੋਂ ਕਹਾਂਗਾ ਸਾਹਮਣੇ, ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਹਾਂਗਾ ਸਮ ਕਰਕੇ ਦੇਖੋ, ਫਿਰ ਦ੍ਰਿਸ਼ਟੀ ਇੱਥੇ ਫੋਕਸ ਕਰਕੇ ਆਪਣੇ ਆਪ ਨੂੰ ਦੇਖਣਾ ਹੈ। ਫਿਰ ਦੇਖਣਾ ਹੈ, ਜੇ ਪਹਿਲਾਂ ਨਜ਼ਰ ਆਉਂਦਾ ਸੀ, ਫਿਰ ਨਜ਼ਰ ਆਉਣੋਂ ਹਟ ਗਿਆ ਅਤੇ ਅਸੀਂ ਇੱਕ ਦ੍ਰਿਸ਼ਟ ਹੋ ਗਏ, ਕਿਉਂਕਿ ਉਸ ਤੋਂ ਬਾਅਦ ਫਿਰ ਆਪਣਾ ਧਿਆਨ ਮਾਰਗ ਚੱਲਦਾ ਹੈ। ਫਿਰ ਆਪਾਂ ਜਿਵੇਂ ਸਮਾਂ ਹੋਇਆ, ਨੀਚੇ ਸਾਹਮਣੇ ਜਿੰਨੇ ਸਮਾਂ ਹੋਇਆ ਉਵੇਂ ਆਪਾਂ ਧਿਆਵਾਂਗੇ। ਸੋ ਆਓ ਪਹਿਲਾਂ ਨੇਤਰ ਸਮ ਕਰਕੇ, ਦ੍ਰਿਸ਼ਟੀ ਫੋਕਸ ਕਰਕੇ ਆਪਣੇ ਆਪ ਨੂੰ ਦੇਖੀਏ। ਸਾਹਮਣੇ ਲੈ ਕੇ ਆਈਏ ਧਿਆਨ।
ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦਿਓ। फिर सामने लेके आइए। फिर दृष्टि फोकस करके अपने आप को देखो, नेत्र सम करके फिर अपने आप को देखो। जेकर कोई नवा जीव, जे पहला नक दिसदा सी, हुण ये देखना है कि नक दिसनों हट गया जां इस पासे सानू हल्का हल्का जिहा दिस सकदा है। कई जीवां नूं बलोर बलोर जिहा दिसना शुरू हो जाता है नक, एक धुंधला धुंधला जिहा, क्योंकि फिर आपां त्यावांगे इसे ने साफ हो जाना है, इसे ने चमकना शुरू कर देना है, शीशे वांगू, हीरे वांगू। साडा नक हीरे की तरह चमकन लग जाता है जदों आपां त्याउंदे हां। नीचे लै जो ध्यान, बिल्कुल रिलैक्स। जिथे भी आप बैठे, थले जो विछया है, चादर है, फर्श जो भी है, उस तो थोड़ा ऊपर देखना है। इत्थे सानू प्रकाश अनुभव होना शुरू होएगा। एक हलचल प्रकाश की दिसेगी, जिवें सरोवर च लहरां हुंदियां ने जलदियां, इदां इत्थे सानू प्रकाश की एक हलचल अनुभव होनी शुरू हो जाती, क्योंकि अनुभव ही प्रकाश है। फिर सम करके अपने आप को देखिए। फिर नीचे ले जाओ ध्यान।
और सामने लेके आइए ध्यान, सामने देखिए। मस्तक दे सामने लै जाओ, पलकां उत्ते चुक दो। फिर सामने लेके आइए। नीचे लै जाओ ध्यान।
सम करके अपने आप ਨੂੰ देखिए, फिर दृष्टि फोकस करके अपने आप ਨੂੰ देखिए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਨਾਲ ਆਪਣੇ ਆਪ ਨੂੰ ਪਹਿਚਾਨਣਾ ਹੈ। ਜਦੋਂ ਆਪਾਂ ਦੇਖਾਂਗੇ ਇੱਕ ਦ੍ਰਿਸ਼ਟ ਹੋ ਗਏ, ਸਾਨੂੰ ਆਪਣੇ ਮੁਖ 'ਤੇ ਕੁਛ ਵੀ ਨਜ਼ਰ ਨਹੀਂ ਆਏਗਾ, ਨੱਕ ਨਜ਼ਰ ਨਹੀਂ ਆਏਗਾ। ਹੌਲੀ ਹੌਲੀ ਕੀ ਹੋਏਗਾ, ਧਿਆਨ ਦੇ ਨਾਲ ਮੁਖ ਪ੍ਰਕਾਸ਼ ਹੋ ਜਾਏਗਾ, ਮੁਖ ਉਜਲ ਹੋ ਜਾਏਗਾ। ਪਹਿਲਾਂ ਇਸ ਪਾਸਿਓਂ ਸਾਨੂੰ ਆਪਣਾ ਨੱਕ ਚਮਕਦਾ ਦਿਸੇਗਾ ਸ਼ੀਸ਼ੇ ਦੀ ਤਰ੍ਹਾਂ, ਫਿਰ ਹੌਲੀ ਹੌਲੀ ਸਾਰਾ ਮੁਖ ਸਾਡਾ ਪ੍ਰਕਾਸ਼ ਹੋ ਜਾਏਗਾ। ਸਾਨੂੰ ਇੱਦਾਂ ਹੋਏਗਾ ਕਿ ਸਾਡੇ ਮੁਖ 'ਤੇ ਨੂੰ ਢੱਕ ਲਿਆ ਨਾਮ ਨੇ, ਪ੍ਰਕਾਸ਼ ਨੇ। ਜਿਵੇਂ ਆਪਾਂ ਕੱਪੜਾ ਲੈ ਲੈਂਦੇ, ਇੱਥੇ ਨਾਮ ਪ੍ਰਗਟ ਹੋ ਜਾਂਦਾ ਹੈ ਮੁਖ 'ਤੇ, ਮਾਲਕ ਕੱਪੜਾ ਪਾ ਦਿੰਦਾ ਹੈ ਪ੍ਰੇਮ ਦਾ, ਜਿਹਦੇ ਨਾਲ ਫਿਰ ਮਨ ਕਦੇ ਨੰਗਾ ਨਹੀਂ ਹੁੰਦਾ। ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ, ਹੋਰ ਹਮਾਰੀ ਪਹਿਨਣ ਕੀ ਸ਼ਰਤ ਗਈ। ਸੋ ਇਸ ਤਰੀਕੇ ਨਾਲ ਆਪੇ ਨੂੰ ਪਹਿਚਾਣ ਕੇ ਪ੍ਰਭੂ ਨੂੰ ਪਹਿਚਾਣ ਸਕਦੇ ਹਾਂ, ਕਿਉਂਕਿ ਉਹ ਸਦਾ ਹੈ। ਉਹ ਇਹ ਨਹੀਂ ਵੀ ਕਦੇ ਹੈ ਕਦੇ ਨਹੀਂ। ਉਸੇ ਦੀ ਆਪਾਂ ਸੇਵਾ ਕਰਨੀ ਹੈ, ਦੂਜੇ ਨੂੰ ਆਪਾਂ ਲਈ ਸੇਵਣਾ। ਸੋ ਇੰਨੇ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਨੇ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।